पंजाब टीवी देखते सारे ही दर्शक श्रोतां ਨੂੰ ਮੇਰੇ ਵੱਲੋਂ ਪ੍ਰਿੰਸ ਸੰਧੂ ਨੂੰ ਪਿਆਰ ਜਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਵਾਨ ਵਿੱਚ 24 ਘੰਟੇ 7 ਦਿਨ ਵੱਖ-ਵੱਖ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤਾਂ ਸਹਿਯੋਗ ਕਲੀਨਿਕ ਤੋਂ ਪਰਮਿੰਦਰ ਬਾਲ ਜੀ ਨੂੰ ਸੱਦਾ ਦਿੰਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਪਰਮਿੰਦਰ ਦੀ ਸਟੂਡੀਓ ਵਿੱਚ ਹੈ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਪ੍ਰਿੰਸ ਜੀ। ਤੁਹਾਨੂੰ ਤੇ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲ ਵੱਖ-ਵੱਖ ਵਿਸ਼ਿਆਂ ਤੇ ਕਰਦੇ ਰਹਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਆਪਣਾ ਇਲਾਜ ਕਰਨਾ ਚਾਹੀਦਾ। ਘਰ ਦੇ ਵਿੱਚ ਫੂਡ ਨੂੰ ਵੀ ਚੇਂਜ ਕਰਕੇ, ਚਾਹੇ ਫਰੂਟ ਖਾਣਾ, ਚਾਹੇ ਸਬਜ਼ੀਆਂ ਖਾਣੀਆਂ, ਕੋਈ ਵੀ ਚੀਜ਼ ਖਾਣੀ ਹੈ, ਉਹਦੇ ਨਾਲ ਵੀ ਆਪਾਂ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਡਿਪੈਂਡ ਆ ਵੀ ਸਾਨੂੰ ਕਿਹੜੀ ਚੀਜ਼ ਦਾ ਰੋਗ ਲੱਗਾ ਜਾਂ ਨਹੀਂ ਲੱਗਾ। ਪਰ ਜੇ ਆਪਾਂ ਗੱਲ ਕਰੀਏ ਹੋਮਿਓਪੈਥੀ ਦੀ ਗੱਲ ਕਰ ਲਈਏ ਤੇ ਇਹ ਕਾਫੀ ਸਮਾਂ ਮਤਲਬ ਕਹਿ ਸਕਦੇ ਬਹੁਤ ਪੁਰਾਣਾ ਇਹਦਾ ਇਲਾਜ ਜਿਹੜਾ ਲੋਕ ਇਹਦੇ ਵਿੱਚ ਕਰਦੇ ਨੇ। ਤੇ ਜੇ ਮੈਂ ਹੋਮਿਓਪੈਥੀ ਦੀ ਗੱਲ ਕਰਾਂ ਤਾਂ ਤੁਹਾਨੂੰ ਇਸ ਫੀਲਡ ਦੇ ਵਿੱਚ ਆਇਆਂ ਨੂੰ ਕਿੰਨਾ ਚਿਰ ਹੋ ਗਿਆ ਤੇ ਕਿੰਨਾ ਟਾਈਮ ਹੋ ਗਿਆ ਇਸ ਵੇਲੇ ਤੁਹਾਡੀ ਪ੍ਰੈਕਟਿਸ? ਪ੍ਰਿੰਸ ਜੀ, ਸਭ ਤੋਂ ਪਹਿਲਾਂ ਯੈਸ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਸਾਡੇ ਨਵੇਂ ਵਿਊਅਰਸ ਲਈ ਜੀ। ਮੈਨੂੰ ਲੱਗਦਾ ਸੀ ਵਿਊਅਰਸ ਨਾਲ ਵੀ ਕੁਝ 10 ਸਾਲਾਂ ਤੋਂ ਤਾਂ ਜੁੜੇ ਹੀ ਹੋਏ ਹਨ। ਬਿਲਕੁਲ। So, but the thing is that I graduated from India 1998. So 98 ਦੀ ਮੇਰੀ ਗ੍ਰੈਜੂਏਸ਼ਨ ਹੈ। ਠੀਕ ਹੈ ਜੀ। ਸੋ 2 ਸਾਲ ਉੱਥੇ ਮੈਂ ਆਪਣੇ ਸੀਨੀਅਰ ਪ੍ਰੈਕਟੀਸ਼ਨਰ ਅੰਮ੍ਰਿਤਸਰ ਦੇ ਬਹੁਤ ਪਪੂਲਰ ਹੋਮਿਓਪੈਥ ਡਾਕਟਰ ਅਨਿਲ ਅਵਸਥੀ ਜਿਹੜੇ ਹੁਣ ਨਹੀਂ ਰਹੇ, ਉਹਨਾਂ ਦੇ ਨਾਲ ਪ੍ਰੈਕਟਿਸ ਕੀਤੀ 1 year before my graduation, 2 years after my graduation. ਉਸ ਤੋਂ ਬਾਅਦ 2000 ਦੇ ਵਿੱਚ ਆਈ ਆਬਵੀਅਸਲੀ ਇਮੀਗ੍ਰੇਟਡ ਟੂ ਕੈਨੇਡਾ ਤੇ ਇੱਥੇ ਆ ਕੇ 2002 ਤੋਂ ਮੈਂ ਪ੍ਰੈਕਟਿਸ ਕਰ ਰਹੀ ਹਾਂ। ਸੋ ਕੁਝ ਅਸੀਂ ਕਹਿ ਸਕਦੇ 2 ਦਹਾਕੇ ਜੀ। ਸੋ ਆਲਮੋਸਟ 20 years I'm practicing here in Canada ਤੇ ਸਹਿਯੋਗ ਹੋਮਿਓ ਕਲੀਨਿਕ ਨੂੰ ਵੀ ਇਨਕਾਰਪੋਰੇਟ ਕੀਤੇ, ਐਸਟੈਬਲਿਸ਼ ਕੀਤੇ 10 ਸਾਲ ਹੋ ਗਏ ਨੇ। 10 successful years of my practice with this incorporation ਅਸੀਂ ਕਰ ਰਹੇ ਹਾਂ। ਠੀਕ ਹੈ। ਤੁਸੀਂ ਗੱਲ ਕੀਤੀ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ 10 ਤੋਂ ਜ਼ਿਆਦਾ ਸਾਲ ਜਿਹੜੇ ਹੋ ਗਏ ਆ ਆਪਣੇ ਕਲੀਨਿਕ ਨੂੰ ਇੱਥੇ ਖੁੱਲ੍ਹੇ ਨੂੰ। ਪਰ ਮੈਂ ਜੇ ਗੱਲ ਕਰਾਂ, ਜਦੋਂ ਵੀ ਕੋਈ ਬੱਚਾ ਵੱਡਾ ਹੁੰਦਾ ਤੇ ਪੇਰੈਂਟਸ ਕਹਿੰਦੇ ਸਾਡਾ ਬੱਚਾ ਵਕੀਲ ਬਣੇ, ਡਾਕਟਰ ਬਣੇ। ਹੁਣ ਜਿਹੜਾ ਡਾਕਟਰ ਵੀ ਕਈ ਤਰੀਕੇ ਦੇ ਹੁੰਦੇ, ਤੁਸੀਂ ਇਸ ਫੀਲਡ ਦੇ ਨਾਲ ਕਿਸ ਤਰੀਕੇ, ਮੈਂ ਆਪਣੀ ਨੌਲੇਜ ਲਈ ਆ ਵੀ ਜੇ ਮੈਂ ਜੇ ਕਹਾਂ ਡਾਕਟਰ ਬਣਨਾ, ਮੈਂ ਹੋਰ ਕਿਸੇ ਪਾਸੇ ਜਾਊਂਗਾ ਜਾਂ ਕੁਝ ਕਰੂੰਗਾ, ਹੋਮਿਓਪੈਥੀ ਦੇ ਵਿੱਚ ਆਉਣ ਦਾ ਕੀ ਕਾਰਨ ਸੀ? ਕਿਸ ਤਰੀਕੇ ਨਾਲ ਇਹਦਾ ਤੁਹਾਡਾ ਰੁਝਾਨ ਬਣਿਆ? ਚਲੋ ਆਪਾਂ ਇਹਦੀ ਇੱਕ ਸ਼ਾਰਟ ਸਟੋਰੀ ਸਮਝ ਲੈਂਦੇ ਹਾਂ ਜੀ। ਮੇਰੇ ਗ੍ਰੈਂਡ ਮਾਂ, ਮੇਰੇ ਦਾਦੀ ਜੀ, ਪੁਰਾਣੇ ਸਮਿਆਂ ਦੇ ਵਿੱਚ ਹੈਲਥ ਡਿਗਰੀ ਹੁੰਦੀ ਸੀ LSMF। ਅੱਛਾ, ਠੀਕ ਹੈ ਜੀ। ਸੋ MBBS ਤੋਂ ਪਹਿਲਾਂ। ਠੀਕ ਹੈ। ਸੋ ਮੇਰੇ ਰੀਅਲ ਦਾਦੀ ਵਾਸ LSMF, ਮੈਡੀਕਲ ਪ੍ਰੈਕਟੀਸ਼ਨਰ, ਐਲੋਪੈਥੀ ਪ੍ਰੈਕਟਿਸ ਕਰਦੇ ਸੀ ਤੇ ਬਟ ਉਹਨਾਂ ਨੂੰ ਖੁਦ ਨੂੰ ਹੀ ਆਪਣੀ ਲਾਸਟ ਸਟੇਜ ਆਫ ਲਾਈਫ ਦੇ ਵਿੱਚ ਜਾ ਕੇ ਲੰਗ ਕੈਂਸਰ ਹੋ ਗਿਆ ਸੀ। ਅੱਛਾ ਜੀ। ਸੋ ਲੰਗ ਕੈਂਸਰ ਦੇ ਅੰਦਰ ਉਹਨਾਂ ਦਾ ਲੰਗ ਰਿਮੂਵ ਵੀ ਕੀਤਾ ਗਿਆ ਬਟ ਇਟ ਵਾਜ਼ਨਟ ਵਰਕਿੰਗ ਤੇ ਬਹੁਤ ਪੇਨਫੁਲ ਕੰਡੀਸ਼ਨ ਸੀਗੀ। ਸੋ ਉਦੋਂ ਮੈਂ ਆਬਵੀਅਸਲੀ ਬੌਰਨ ਨਹੀਂ ਸੀ, ਮੇਰੇ ਫਾਦਰ ਵੀ ਹਲੇ ਕੁਆਰੇ ਸੀਗੇ। ਸੋ ਉਹ ਆਪਣੀ ਮਦਰ ਦੀ ਕੇਅਰ ਦੇ ਦੌਰਾਨ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦੀ ਜਿਹੜੀ ਪੇਨ ਮੈਨੇਜਮੈਂਟ ਸੀਗੀ ਨਾ, ਉਹ ਬੈਸਟ ਕਿਸੇ ਹੋਮਿਓਪੈਥ ਨੇ ਕੀਤੀ ਸੀ। ਠੀਕ ਹੈ। ਸੋ ਮਾਈ ਫਾਦਰ ਗਾਟ ਇਨਫਲੂਐਂਸਡ ਵਿਦ ਹੋਮਿਓਪੈਥੀ ਕਿ ਮੇਰੀ ਮਦਰ, ਉਹਨਾਂ ਦੇ ਮਦਰ ਮਤਲਬ ਮੇਰੀ ਦਾਦੀ, ਸਾਰੀ ਉਮਰ ਉਹਨਾਂ ਨੇ ਪ੍ਰੈਕਟਿਸ ਕੀਤੀ ਐਲੋਪੈਥੀ ਦੀ ਤੇ ਸਰਜੀਕਲੀ ਕੈਂਸਰ ਨੂੰ ਰਿਮੂਵ ਵੀ ਕਰ ਦਿੱਤਾ ਗਿਆ ਬਟ ਉਹਨਾਂ ਦਾ ਡਿਸਕੰਫਰਟ ਖਤਮ ਨਹੀਂ ਹੋਇਆ। ਤੇ ਈਵਨ ਦੋ ਠੀਕ ਹੈ ਉਹਨਾਂ ਨੂੰ ਬਚਾ ਨਹੀਂ ਸਕੇ, ਪਰ ਜਿਹੜਾ ਪੀਸਫੁਲ ਜਾਣਾ, ਰੋਗ ਦੇ ਨਾਲ ਪੀਸਫੁਲ ਜਾਣਾ, ਦਰਦ ਨਾਲ 24 ਘੰਟੇ ਕਰਾਉਂਦੇ ਰਹਿਣਾ, ਸਾਹ ਲੈਣਾ ਵੀ ਔਖਾ, ਹੁਣ ਹਰ ਸਾਹ ਅੰਦਰ ਜਾਂਦਾ ਸੀ ਤਾਂ ਦਰਦ ਸੀ ਜੀ, ਉਹ ਚੀਜ਼ ਨੂੰ ਹੋਮਿਓਪੈਥੀ ਨੇ ਉਹਨਾਂ ਦੀ ਹੈਲਪ ਕੀਤੀ। ਸੋ ਉਹ ਇਨਫਲੂਐਂਸ ਜਿਹੜੀ ਸੀ, ਮਾਈ ਡੈਡ ਆਲਵੇਜ਼, ਹਮੇਸ਼ਾ ਮੇਰੇ ਨਾਲ ਬਚਪਨ ਤੋਂ ਹੀ ਉਹ ਹੋਮਿਓਪੈਥੀ ਦੀ ਹੀ ਗੱਲ ਕਰਦੇ ਸੀ, ਹੋਮਿਓਪੈਥੀ ਹੀ ਸਾਨੂੰ ਖਵਾਉਂਦੇ ਸੀ। ਸੋ ਦੈਟਸ ਹਾਊ ਆਈ, ਮੇਰੇ ਦਿਮਾਗ 'ਚ ਉਹਨਾਂ ਨੇ ਸ਼ੁਰੂ ਤੋਂ ਪਾਇਆ ਸੀ ਵੀ ਪੁੱਤਰ ਆਪਾਂ ਆ ਕਰਨਾ। ਠੀਕ ਹੈ। ਸੋ ਆਈ ਡਿਡਨਟ ਹੈਵ ਨੋ ਡਾਊਟ ਕਿ ਮੈਂ ਹੋਰ ਕੁਝ ਮਤਲਬ ਕਿਸੇ ਹੋਰ ਫੀਲਡ 'ਚ ਜਾਣਾ ਹੈ। ਠੀਕ ਹੈ। ਐਂਡ ਆਈ ਐਮ ਹੈਪੀ ਵਾਟ ਆਈ ਐਮ ਡੂਇੰਗ, ਆਈ ਲਵ ਮਾਈ ਜੌਬ। ਕਿਉਂਕਿ ਜੇ ਦੇਖਣ ਗੱਲ ਕਰੀਏ, ਆਪਾਂ ਕਿਸੇ ਇੱਕ ਡਿਸਟ੍ਰਿਕਟ ਦੀ ਲਾ ਲਈਏ ਜਾਂ ਕਿ ਤਹਿਸੀਲ ਦੀ ਲਾ ਲਈਏ, ਤੇ ਤਹਿਸੀਲ ਦੇ ਵਿੱਚ ਹਰੇਕ ਤੁਹਾਨੂੰ ਸੂਬੇ ਦੇ ਕਸਬੇ ਦੇ ਵਿੱਚ 4 ਜਾਂ 5 ਡਾਕਟਰ ਉੱਦਾਂ ਮਿਲ ਜਾਣਗੇ ਤੁਹਾਨੂੰ। ਪਰ ਜੇ ਹੋਮਿਓਪੈਥੀ ਦੀ ਗੱਲ ਕਰੀਏ ਤੇ ਬਹੁਤ ਰੀਅਰ ਡਾਕਟਰ ਤੁਹਾਨੂੰ ਜੇ ਇੱਕ ਤਹਿਸੀਲ ਦੇ ਵਿੱਚ ਮੁਸ਼ਕਿਲ ਦੇ ਨਾਲ ਇੱਕ ਮਿਲੂਗਾ, ਬਹੁਤ ਘੱਟ ਮਿਲਦੇ ਨੇ। ਇਹਦਾ ਮਤਲਬ ਵੀ ਇਸ ਫੀਲਡ ਨੂੰ ਬਹੁਤ ਘੱਟ ਲੋਕ ਯੂਜ਼ ਕਰਦੇ ਨੇ ਕਿਉਂਕਿ ਇਹਦਾ ਮੈਂ ਦੇਖਿਆ ਵਾ ਕਿ ਉਹ ਜਿਹੜੇ ਫਾਰਮੂਲੇ, ਹੁਣ ਮੈਨੂੰ ਪਤਾ ਨਹੀਂ ਕੀ ਕਹਿੰਦੇ ਕਿ 2 ਤੁਪਕੇ ਉਹਦੇ ਪਾਏ, 2 ਤੁਪਕੇ ਉਹ ਦਵਾਈ ਦੇ ਪਾਏ, ਮੈਡੀਸਨ ਨੂੰ ਮਿਕਸ ਕਰਕੇ ਦੇਣਾ, ਇਹ ਵੀ ਬਹੁਤ ਇੱਕ ਮਤਲਬ ਲੰਬਾ ਪ੍ਰੋਸੀਜਰ। ਨਹੀਂ ਦੇਖੋ, ਦੈਟ ਇਜ਼ ਆਰਟ ਆਫ ਪ੍ਰਿਸਕ੍ਰਿਪਸ਼ਨ ਤੇ ਉਹ ਜਿਹੜਾ ਤੁਹਾਡਾ ਅੰਡਰਸਟੈਂਡਿੰਗ ਪੁਰਾਣੇ ਸਮੇਂ ਦੀ ਹੋਏਗੀ ਕਿ ਵੀ ਇੱਕ ਤਹਿਸੀਲ 'ਚ ਇੱਕ ਹੋਮਿਓਪੈਥ, ਮੈਨੂੰ ਤਾਂ ਲੱਗਦਾ ਹੁਣ ਹਰ ਸਟਰੀਟ 'ਚ ਹੋਮਿਓਪੈਥ ਹੈ। ਹੋਮਿਓਪੈਥੀ ਇਜ਼ ਵੈਰੀ ਪਪੂਲਰ ਇਨ ਇੰਡੀਆ ਨਾਓ। ਇੱਥੇ ਵੀ ਆਪਾਂ ਆਪਣੇ ਬਰੈਂਪਟਨ 'ਚ ਦੇਖ ਲਈਏ, ਇਵਨ ਓਨਟਾਰੀਓ ਦੇ ਅੰਦਰ ਦੈਟਸ ਦ ਓਨਲੀ ਪ੍ਰੋਵਿੰਸ ਵੇਅਰ
homeopaths are registered to practice, like we are under the practice law ਜੀ। ਕਿ ਜਿਵੇਂ ਤੁਹਾਡੇ ਫੈਮਿਲੀ ਡਾਕਟਰ ਰਜਿਸਟਰਡ ਨੇ, ਨਰਸਿਸ ਰਜਿਸਟਰਡ ਨੇ, ਡੈਂਟਿਸਟ ਰਜਿਸਟਰਡ ਨੇ, ਉਸੇ ਤਰ੍ਹਾਂ we are registered practitioners as well। ਜੀ। ਤੇ so which means ਕਿ health system ਦੇ ਅੰਦਰ we are incorporated। ਜੀ। so in here also ਜੇ ਅਸੀਂ ਗੱਲ ਕਰੀਏ all over Ontario ਤਾਂ ਸਭ ਤੋਂ ਜ਼ਿਆਦਾ ਹੋਮਿਓਪੈਥ ਬਰੈਂਪਟਨ ਚ ਨੇ। ਜੀ। So which is again is ਜੀ। good proud thing, but homeopathy is making its existence and importance। ਜੇ ਮੈਂ ਗੱਲ ਅੱਗੇ ਕਰਨੀ ਚਾਹੂੰਗਾ ਹੋਮੋਪੈਥੀ ਦੀ ਮੈਡੀਸਨ ਦੇ ਬਾਰੇ ਵੀ ਗੱਲ ਕਰੂੰਗਾ ਵੀ ਕਿਸ ਤਰੀਕੇ ਨਾਲ ਵਰਕ ਕਰਦੀ, ਪਰ ਜੇ ਮੈਂ ਕਹਾਂ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੀ ਜਿਹੜੇ ਪ੍ਰਾਇਮਰੀ ਕੇਅਰ ਗਿਵਰ ਇਹ ਕੌਣ ਹੁੰਦੇ? ਪ੍ਰਾਇਮਰੀ ਕੇਅਰ ਗਿਵਰ ਜਿੱਦਾਂ ਅਸੀਂ ਗੱਲ ਕੀਤੀ ਕਿ ਪ੍ਰੈਕਟੀਸ਼ਨਰਸ ਜਿਹੜੇ ਕਿ ਪ੍ਰਾਇਮਰੀ ਤੁਸੀਂ ਕੰਟੈਕਟ ਕਰ ਸਕਦੇ ਹੋ ਵਿਦਆਊਟ ਐਨੀ ਰੈਫਰਲ। ਅੱਛਾ ਜੀ। ਠੀਕ ਹੈ ਜੀ। ਬੁਖਾਰ ਹੋ ਗਿਆ, ਸਰਦੀ ਹੋ ਗਈ, ਜ਼ੁਕਾਮ ਹੋ ਗਿਆ, ਖਾਂਸੀ ਹੋ ਗਈ, ਐਨੀ ਹੈਲਥ ਇਸ਼ੂ ਤੁਹਾਨੂੰ ਹੋਇਆ ਹੈ ਤੇ ਆਪਾਂ ਵਾਕ ਇਨ ਕਲੀਨਿਕ ਜਾਂਦੇ ਆ, ਫੈਮਿਲੀ ਡਾਕਟਰ ਕੋਲ ਜਾਂਦੇ ਆ। ਉਸੇ ਤਰ੍ਹਾਂ ਹੀ ਤੁਸੀਂ ਹੋਮਿਓਪੈਥ ਕੋ ਜਾ ਸਕਦੇ ਹੋ, ਤੁਸੀਂ ਨੈਚੁਰੋਪੈਥ ਕੋ ਜਾ ਸਕਦੇ ਹੋ। ਤਾਂ ਹੀ ਮੈਂ ਪਹਿਲਾਂ ਦੱਸਣਾ ਚਾਹਿਆ ਕਿ these all are registered practitioners। The registered practitioners and step 1 registered practitioner chiropractors are also primary caregiver ਕਿ without any referral ਤੁਹਾਨੂੰ ਜਦੋਂ ਜ਼ਰੂਰਤ ਪਏ ਤੁਸੀਂ ਅਪਾਇੰਟਮੈਂਟ ਬੁੱਕ ਕਰਕੇ ਤੇ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਤੁਹਾਨੂੰ ਮਹੀਨਿਆਂ ਬੱਧੀ ਜ਼ਰੂਰਤ ਨਹੀਂ ਪੈਂਦੀ ਵੀ ਮੈਂ ਪਹਿਲਾਂ ਰੈਫਰਲ ਲਵਾਂ ਫਿਰ ਮੈਂ ਉਸ ਅਪਾਇੰਟਮੈਂਟ ਦੀ ਵੇਟ ਕਰਾਂ ਤੇ ਫਿਰ ਮੈਂ ਪਹੁੰਚਾਂ। ਸੋ ਯੂ ਕੈਨ ਕੰਟੈਕਟ them straight। ਠੀਕ ਹੈ। ਮੇਰੇ ਨਾ ਕਾਫੀ ਕਲੋਜ਼ ਦੋ ਫਰੈਂਡ ਨੇ, ਮੈਨੂੰ ਕਾਫੀ ਉਹਨਾਂ ਨੂੰ ਸਮਾਂ ਹੋ ਗਿਆ ਵਾ, ਉਹਨਾਂ ਨੂੰ ਕੋਈ ਦੂਜੀ ਦਵਾਈ ਛੇਤੀ ਵਰਕ ਨਹੀਂ ਕਰਦੀ, ਉਹ ਹੋਮਿਓਪੈਥੀ ਦੀ ਜ਼ਿਆਦਾ ਦਵਾਈ ਖਾਂਦੇ ਨੇ। ਉਹਨੂੰ ਮੇਰਾ ਫਰੈਂਡ ਉਹਨੂੰ ਬਲੱਡ ਪ੍ਰੈਸ਼ਰ ਦੀ ਕਾਫੀ ਇਸ਼ੂ ਰਹਿੰਦਾ ਪਰ ਉਹ ਹੋਰ ਕੋਈ ਮੈਡੀਸਨ ਨਹੀਂ ਖਾਂਦਾ। ਉਹ ਮੈਂ ਉਹਨੂੰ ਕਹਿੰਦਾ ਤੈਨੂੰ ਮਿੱਠੀਆਂ ਗੋਲੀਆਂ ਕਿੰਨਾ ਕੁ ਅਸਰ ਕਰਦੀਆਂ ਵਾ? ਜ਼ਿਆਦਾਤਰ ਲੋਕ ਕਹਿੰਦੇ ਨਾ ਮੈਂ ਮਹੀਨਾ ਦਵਾਈ ਖਾਧੀ, ਮੈਂ 3 ਮਹੀਨੇ ਖਾਧੀ, ਮੈਨੂੰ ਇਹਦਾ ਅਸਰ ਨਹੀਂ ਹੋਇਆ ਜਾਂ ਕੁਝ ਨਹੀਂ, ਮੈਨੂੰ ਤਾਂ ਸਾਰੀਆਂ ਦਵਾਈਆਂ ਦੀ ਇੱਕੋ ਜਿਹੀ ਸਿਸਟਮ ਲੱਗਦੀ ਮਿੱਠੀਆਂ ਗੋਲੀਆਂ ਦਾ। ਉਹ ਕੀ ਕਾਰਨ? ਕਿਉਂਕਿ ਮੈਂ ਉਹਨਾਂ ਨੂੰ ਪੁੱਛਦਾ ਹਾਂ, ਕਹਿੰਦੇ ਮੈਨੂੰ ਸਾਨੂੰ ਦੂਜੀ ਦਵਾਈ ਦਾ ਨਹੀਂ ਫਾਇਦਾ ਹੁੰਦਾ, ਸਾਨੂੰ ਇਹਦਾ ਜ਼ਿਆਦਾ ਫਾਇਦਾ ਹੁੰਦਾ। ਦੇਖੋ ਇਦਾਂ ਹੈਗਾ ਕਿ ਸਾਡੀ ਬਾਡੀ ਇਜ਼ ਇਵਨ ਦੋ ਕਿ ਫੰਕਸ਼ਨ ਸਟਰਕਚਰ ਐਨਾਟੋਮਿਕਲੀ ਤੇ ਫਿਜ਼ੀਓਲੋਜੀਕਲੀ ਸੇਮ ਹੈਗੀ ਹੈ, ਬਟ ਬਹੁਤ ਕੁਝ ਅੰਤਰ ਹੈ। ਕਿ ਜਦੋਂ ਮੈਂ ਪੈਦਾ ਹੋਇਆ ਮੇਰੀ ਮਾਂ ਦੀ ਹੈਲਥ ਕਿੱਦਾਂ ਦੀ ਸੀ, ਮੇਰੀ ਸਿਹਤ ਪੈਦਾਇਸ਼ ਲਈ ਕਿੱਦਾਂ ਦੀ ਸੀਗੀ, ਮੇਰਾ ਬਾਡੀ weight ਕਿੱਦਾਂ ਦਾ ਸੀਗਾ, ਮੈਨੂੰ ਕੋਈ ਸਿਕਨੈਸ ਤੇ ਨਹੀਂ ਸੀ ਹੈਗੀ, ਮੈਂ ਕਿੱਦਾਂ ਡਿਵੈਲਪ ਹੋਇਆ, ਮੇਰਾ ਇਮਿਊਨ ਸਿਸਟਮ ਕਿੱਦਾਂ ਦਾ ਰਿਹਾ, ਜਿਹੜੀਆਂ ਮੈਨੂੰ ਬਿਮਾਰੀਆਂ ਆਈਆਂ, ਮੈਨੂੰ ਸਰਦੀ ਜ਼ੁਕਾਮ ਕੁਝ ਵੀ ਲੱਗਦਾ ਰਿਹਾ, ਉਹਨੂੰ ਮੇਰੇ ਮਾਪਿਓ ਕਾਹਦੇ ਨਾਲ ਟ੍ਰੀਟ ਕਰਦੇ ਰਹੇ? ਸਟਰੋਂਗ ਮੈਡੀਕੇਸ਼ਨਸ ਨਾਲ, ਐਂਟੀਬਾਇਓਟਿਕਸ ਨਾਲ, ਟੀਕਿਆਂ ਦੇ ਨਾਲ। ਇੰਡੀਆ ਤਾਂ ਫਟਾਫਟ ਟੀਕਾ ਭਰ ਕੇ ਲਾ ਦਿੰਦੇ ਨੇ। ਸੋ ਕਿਹੜੀ ਚੀਜ਼ ਜੇ ਬਹੁਤ ਜ਼ਿਆਦਾ ਸਟਰੋਂਗ ਟ੍ਰੀਟਮੈਂਟਸ ਆ, ਉਹਨਾਂ ਸਭ ਚੀਜ਼ਾਂ ਦੀ ਮੈਂ ਬੰਤਰ ਹਾਂ ਜਾਂ ਮੇਰੀ ਖੁਰਾਕ ਕਿੱਦਾਂ ਦੀ ਹੈਗੀ ਹੈ, ਮੈਂ ਕਸਰਤ ਕਰਦਾ ਕਿ ਨਹੀਂ, ਮੈਂ ਬੈਠਾ ਹੀ ਰਹਿਣਾ, ਮੇਰਾ ਕੰਮਕਾਰ ਕਿੱਦਾਂ ਦਾ, ਪਸੀਨਾ ਨਿਕਲਦਾ ਕਿ ਨਹੀਂ ਨਿਕਲਦਾ। ਸੋ ਉਹਦੇ ਨਾਲ ਅੱਜ ਰੋਗ ਡਿਵੈਲਪ ਹੋ ਰਹੇ ਨੇ ਜਾਂ ਸੈਂਸਿਟਿਵਿਟੀਜ਼ ਡਿਵੈਲਪ ਹੋ ਰਹੀਆਂ ਜਾਂ ਖੁਰਾਕ ਦੇ ਨਾਲ ਐਲਰਜੀਜ਼ ਡਿਵੈਲਪ ਹੋ ਰਹੀਆਂ ਨਾ। ਯੈਸ, ਕਈ ਪੇਸ਼ੈਂਟ ਕਈ ਪੈਥੀਜ਼ ਕਈ ਦਵਾਈਆਂ ਨੂੰ ਐਲਰਜਿਕ ਹੁੰਦੇ ਨੇ ਜਾਂ ਫਿਰ ਹਾਈਪਰ ਸੈਂਸਿਟਿਵ ਹੁੰਦੇ ਨੇ, ਜਿਵੇਂ ਤੁਸੀਂ ਆਪਣੇ ਫਰੈਂਡ ਦੀ ਐਗਜ਼ਾਮਪਲ ਦਿੱਤੀ। ਐਂਡ ਇਸ ਤਰ੍ਹਾਂ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਕੋਈ ਵੀ ਐਲੋਪੈਥੀ ਗੋਲੀ ਖਾ ਹੀ ਨਹੀਂ ਸਕਦੇ, ਸਿਰ ਪੀੜ ਵਾਸਤੇ ਵੀ ਉਹ ਟਾਈਲਨੋਲ ਨਹੀਂ ਖਾ ਸਕਦੇ ਕਿ ਟਾਈਲਨੋਲ ਖਾਂਦਿਆਂ ਸਾਰ ਸਰੀਰ ਸੁੱਜ ਜਾਂਦਾ, ਐਲਰਜਿਕ ਰਿਐਕਸ਼ਨ ਹੋ ਜਾਂਦਾ। ਐਂਡ ਯੈਸ ਦੇ ਸੀਕ ਅਦਰ ਮੋਡਸ ਆਫ, ਜਿਹਨਾਂ ਨੂੰ ਕਹਿੰਦੇ ਆਲਟਰਨੇਟ ਮੋਡ ਆਫ ਟ੍ਰੀਟਮੈਂਟ, ਚਾਹੇ ਉਹ ਨੈਚੁਰੋਪੈਥੀ ਹੋਵੇ, ਹੋਮਿਓਪੈਥੀ ਹੋਵੇ, ਫਿਰ ਉਹ ਆਲਟਰਨੇਟ ਮੋਡ ਆਫ ਟ੍ਰੀਟਮੈਂਟਸ ਨੂੰ ਸੀਕ ਕਰਦੇ ਨੇ। ਪਰ ਜਿਵੇਂ ਤੁਸੀਂ ਕਿਹਾ ਵੀ ਜਿਨ੍ਹਾਂ ਨੂੰ ਨਹੀਂ ਸਮਝ, ਹੁਣ ਉਹਨਾਂ ਨੂੰ ਤਾਂ ਪਤਾ ਹੈ ਕਿਉਂਕਿ ਉਹ ਆਪਣੀ ਇੱਕ ਮੇਨ ਡਿਸਆਰਡਰ ਲਈ, ਆਪਣੀ ਬਾਡੀ ਦੇ ਇੱਕ ਸਿਸਟੈਮਿਕ ਇਸ਼ੂ ਲਈ ਉਹ ਬਲੱਡ ਪ੍ਰੈਸ਼ਰ ਵਾਸਤੇ ਹੋਮਿਓਪੈਥੀ ਯੂਜ਼ ਕਰਦੇ, ਉਹਨਾਂ ਨੂੰ ਪਤਾ ਉਹਦਾ ਰਿਜ਼ਲਟ ਮਿਲ ਰਿਹਾ। ਬਟ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਲੱਗਦਾ ਵੀ ਹਰ ਦਵਾਈ ਜਿਹੜੀ ਹੈ ਉਹ ਤਾਂ ਸੇਮ ਹੀ ਲੱਗਦੀ ਹੈ ਕਿਉਂਕਿ ਚਿੱਟੀ ਗੋਲੀ ਹੈ। ਬਹੁਤ ਵਾਰੀ ਆਪਣੇ ਵਿਊਅਰਸ ਨੂੰ ਅਸੀਂ ਇਹ ਅੰਡਰਸਟੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਗੋਲੀ ਸਿਰਫ ਦਵਾਈ ਦੇਣ ਦਾ ਜ਼ਰੀਆ ਹੈ, ਦਵਾਈ ਨਹੀਂ ਹੈ। ਸੋ ਉਹ ਗੋਲੀ ਜਿਹੜੀ ਹੈ ਉਹ ਇਟ ਇਜ਼ ਜਸਟ ਅ ਮਿਲਕ ਸ਼ੂਗਰ ਪੈਲਟ, ਖੰਡ ਦੀਆਂ ਗੋਲੀਆਂ ਕਹਿ ਸਕਦੇ ਹਾਂ। ਠੀਕ ਹੈ। ਸੋ ਉਹਨਾਂ ਨੂੰ ਦਵਾਈਆਂ ਦੇ ਨਾਲ ਕੋਟ ਕੀਤਾ ਜਾਂਦਾ। ਜਦੋਂ ਦਵਾਈ ਬਣਾਉਣੀ ਹੈ, ਤੁਸੀਂ ਕਿਹਾ ਡ੍ਰੌਪਸ ਪੈਂਦੇ ਨੇ, ਯੈਸ, ਉਹ ਡ੍ਰੌਪਸ ਜਿਹੜੇ ਨੇ ਬੇਸਿਕਲੀ ਦੋਜ਼ ਆਰ ਡਿਫਰੈਂਟ ਮੈਡੀਕੇਸ਼ਨਸ ਤੇ ਉਹਨਾਂ ਨੂੰ ਫਿਰ ਕੋਟ ਕਰਕੇ ਅਕੋਰਡਿੰਗ ਟੂ ਪੇਸ਼ੈਂਟਸ ਨੀਡ ਜਿਹੜਾ ਉਹ ਦਿੱਤਾ ਜਾਂਦਾ ਹੈ। ਇੱਕ ਪਿੱਛੇ ਜੇ ਕੁਝ ਦਿਨ ਪਹਿਲਾਂ ਮੈਨੂੰ ਕੁਝ ਮਿਲੇ ਸੀ ਦੋਸਤ, ਉਹਨਾਂ ਨੇ ਗੱਲ ਕੀਤੀ ਕੋਈ, ਮੈਂ ਆਪਣੀ ਨੌਲੇਜ ਦੀ ਪਤਾ ਨਹੀਂ ਸੱਚ ਹੈ ਕਿ ਨਹੀਂ, ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਕਹਿੰਦੇ ਵੀ ਇਹਦੇ ਵਿੱਚ ਹੋਮਿਓਪੈਥੀ ਦੇ ਵਿੱਚ ਇੱਕ ਮੈਡੀਸਿਨ ਇਦਾਂ ਦੀ ਆਉਂਦੀ ਆ ਕਿ ਜੇ ਉਹ 30 ਤੋਂ 45 ਸਾਲ ਦੀ ਉਮਰ ਦੇ ਵਿੱਚ ਇੱਕ ਕੁਝ ਡ੍ਰੌਪ ਨੇ ਜੇ ਤੁਸੀਂ ਲੈ ਲਓ ਤਾਂ ਕਹਿੰਦੇ ਤੁਹਾਨੂੰ ਲਾਈਫ ਦੇ ਵਿੱਚ ਕਦੀ ਕੈਂਸਰ ਨਹੀਂ ਹੁੰਦਾ।
ਐਦਾਂ ਦਾ ਆਮ ਨਾਟ ਸ਼ੋਰ, ਆਈ ਨੈਵਰ ਹਰਡ ਇਨ ਮਾਈ ਮੈਂ ਪ੍ਰੈਕਟਿਸ। ਸੁਣਿਆ ਸੀ, ਮੈਂ ਤਾਂ ਪੁੱਛਿਆ ਕਿ ਤਾਂ ਹਾਂਜੀ ਹਾਂਜੀ, ਉਹਨਾਂ ਨੂੰ ਪੁੱਛਣਾ ਤੁਸੀਂ ਕੀ ਚੀਜ਼ ਹੈ। ਹਾਂਜੀ। ਬਟ ਆਈ ਹੈਵਨਟ ਹਰਡ ਲਾਈਕ ਦੈਟ ਕਿ ਜੀ ਇਦਾਂ ਦੇ ਕੋਈ ਪੇਟੈਂਟ ਨੇ, ਇਹ ਜੀ ਲਿਵਰ ਡੀਟੌਕਸ ਹੈਗਾ, ਇਹਦੇ ਨਾਲ ਲਿਵਰ ਸਾਫ਼ ਹੋ ਜਾਂਦਾ, ਇਹਦੇ ਨਾਲ ਕਿਡਨੀ ਸਾਫ਼ ਹੋ ਜਾਂਦੀ ਹੈ। ਇਹੋ ਜਿਹੇ ਬਹੁਤ ਗਿਮਿਕਸ ਹੈਗੇ ਮਾਰਕੀਟ ਦੇ ਅੰਦਰ ਕਿ ਜੀ ਤੁਸੀਂ ਇਹ ਪ੍ਰੋਡਕਟ ਖਰੀਦ ਲਓ, ਆਫ ਦਾ ਕਾਊਂਟਰ ਖਰੀਦ ਲਓ, ਇਹਦੇ ਨਾਲ ਤੁਹਾਡਾ ਇਹ ਹੋ ਜਾਏਗਾ, ਤੁਹਾਡੀ ਮੈਮਰੀ ਇਨਹਾਂਸ ਹੋ ਜਾਏਗੀ, ਤੁਹਾਡਾ ਮਤਲਬ ਹੋਮਿਓਪੈਥੀ ਦਾ ਵੈਸੇ ਵੀ ਸਿਧਾਂਤ ਟੋਟਲੀ ਡਿਫਰੈਂਟ ਹੈਗਾ। ਜੀ। ਪੇਟੈਂਟਸ ਦੇ ਉੱਤੇ, ਜੈਨਰਿਕ ਪ੍ਰੋਡਕਟਸ ਦੇ ਉੱਤੇ ਤਾਂ ਕੰਮ ਹੀ ਨਹੀਂ ਕਰਦੀ। ਸੋ ਇਹ ਨਹੀਂ ਹੈ ਕਿ ਇਹ ਇੱਕ ਸ਼ੀਸ਼ੀ ਸਭ ਲਈ ਸੇਮ, ਇਟ ਕੈਨ ਨਾਟ ਬੀ, ਕਿਉਂਕਿ ਅਸੀਂ ਮਤਲਬ ਹੁਣੇ ਜਿਵੇਂ ਆਪਾਂ ਗੱਲ ਕੀਤੀ ਵੀ ਆਲ ਆਰ ਡਿਫਰੈਂਟ ਇੰਡੀਵਿਜੂਅਲਸ, ਕਿਸ ਤਰ੍ਹਾਂ ਸਾਡੀ ਬਣਤਰ ਹੈ ਤੇ ਅੱਜ ਅਸੀਂ ਕੌਣ ਆ, ਉਹ ਜੋ ਅਸੀਂ ਜਰਨੀ ਕੱਢ ਕੇ ਆਏ ਆ ਉਹਦੇ ਹਿਸਾਬ ਨਾਲ ਅੱਜ ਮੈਂ ਹੈਗੀ ਆ। ਮੇਰੀ ਖੁਰਾਕ ਤੇ ਮੈਂ ਕਿੱਥੇ ਪਲੀ ਆ ਤੇ ਤੁਹਾਡੀ ਖੁਰਾਕ ਤੁਸੀਂ ਕਿੱਥੇ ਪਲੇ ਹੋ, ਤੁਹਾਡੇ ਮਾਪੇ, ਉਹਨਾਂ ਦੀ ਮੈਡੀਕਲ ਹਿਸਟਰੀ ਤੇ ਤੁਹਾਡੀ ਮੈਡੀਕਲ ਹਿਸਟਰੀ ਸਭ ਜੁੜ ਕੇ ਤੁਹਾਡੀ ਮੈਡੀਕਲ ਹਿਸਟਰੀ ਬਣਦੀ ਹੈ, ਤੁਸੀਂ ਬਣਦੇ ਹੋ। ਠੀਕ ਹੈ ਜੀ। ਇਸ ਕਰਕੇ ਇੱਕ ਤੋਂ ਦੂਸਰੇ ਇਨਸਾਨ ਦੇ ਅੰਦਰ ਅੰਤਰ ਹੈ ਤੇ ਉਹਨਾਂ ਦੀ ਬਾਡੀ ਦੀ ਨੀਡ ਦੇ ਅੰਦਰ ਵੀ ਅੰਤਰ ਹੋਏਗਾ। ਠੀਕ ਹੈ ਜੀ। ਤੇ ਜੇ ਗੱਲ ਕਰੀਏ, ਕਹਿੰਦੇ ਕਿ ਹੋਮੋਪੈਥਿਕ ਨੈਵਰ ਫੇਲ, ਕੀ ਇਹ ਸੱਚ ਗੱਲ ਆ ਕਿ ਹੋਮੋਪੈਥੀ ਕਦੀ ਫੇਲ ਨਹੀਂ ਹੁੰਦੀ? ਬਿਲਕੁਲ ਸੱਚ ਗੱਲ ਹੈ। ਹੋਮਿਓਪੈਥੀ ਨੈਵਰ ਫੇਲਸ, ਇਵਨ ਮਹਾਤਮਾ ਗਾਂਧੀ ਹੈਵ ਸੈਡ ਦੈਟ। ਜੀ। ਬਟ ਉਹਨਾਂ ਨੇ ਨਾਲ ਅੱਗੇ ਕੀ ਕਿਹਾ, ਹੋਮਿਓਪੈਥੀ ਨੈਵਰ ਫੇਲਸ। ਬਟ ਜੇ ਫੇਲ ਹੁੰਦੀ ਹੈ ਉਸ ਪੇਸ਼ੈਂਟ ਨੂੰ, ਜਿਹੜਾ ਇਹ ਕਹਿੰਦਾ ਮੈਨੂੰ ਫਰਕ ਨਹੀਂ ਪਿਆ, ਤਾਂ ਉਹਦੇ ਦੋ ਕਾਰਨ ਨੇ। ਠੀਕ ਹੈ। ਉਹਦੇ ਦੋ ਕਾਰਨ ਕੀ ਹੈ, ਆਈਦਰ ਦ ਹੋਮਿਓਪੈਥ ਔਰ ਦ ਪੇਸ਼ੈਂਟ ਫੇਲ। ਠੀਕ ਹੈ। ਹੋਮਿਓਪੈਥੀ ਫੇਲ ਨਹੀਂ ਕਰਦੀ, ਹੋਮਿਓਪੈਥ ਔਰ ਪੇਸ਼ੈਂਟ ਫੇਲ। ਹੁਣ ਆਪਾਂ ਜੇ ਇਦਾਂ ਐਗਜ਼ਾਮਪਲ ਲੈ ਲਈਏ ਵੀ ਅਸੀਂ ਗੱਡੀ ਚਲਾ ਰਹੇ ਹਾਂ, ਜੀ। ਗੱਡੀ ਮਾਰ ਦਿੱਤੀ, ਠੀਕ ਹੈ, ਮੇਰੇ ਨਾਲ ਮੇਰੇ ਹਸਬੰਡ ਬੈਠੇ ਨੇ ਜਾਂ ਉਹ ਚਲਾ ਰਹੇ ਤੇ ਮੈਂ ਬੈਠੀ ਹਾਂ, ਠੀਕ ਹੈ, ਕੀ ਗੱਡੀ ਦਾ ਕਸੂਰ ਐਕਸੀਡੈਂਟ ਹੋਇਆ? ਗੱਡੀ ਦਾ ਕਸੂਰ ਨਹੀਂ ਹੈ। ਨਹੀਂ। ਜਿਹੜਾ ਡਰਾਈਵ ਕਰ ਰਿਹਾ ਤੇ ਜਾਂ ਫਿਰ ਜਿਹੜਾ ਪੈਸੇਂਜਰ ਬੈਠਿਆ ਹੈ ਉਹਨੂੰ ਡਿਸਟਰੈਕਟ ਕਰ ਰਿਹਾ, ਉਹਨਾਂ ਦੀ ਗਲਤੀ ਹੈ, ਜਾਂ ਫਿਰ ਤੀਸਰੇ ਨੇ ਆ ਕੇ ਮਾਰੀ, ਉਹਦੀ ਗਲਤੀ ਹੈ। ਠੀਕ ਹੈ ਜੀ। ਸੋ ਵੀ ਕੈਨੋਟ ਬਲੇਮ ਹੋਮਿਓਪੈਥੀ ਕਿ ਹੋਮਿਓਪੈਥੀ ਫੇਲ ਕਰਦੀ ਹੈ। ਬਟ ਹਾਂ, ਇੱਕ ਪ੍ਰੈਕਟੀਸ਼ਨਰ ਦੀਆਂ ਬਹੁਤ ਸਾਰੀਆਂ ਡਿਊਟੀਆਂ ਨੇ। ਇਟਸ ਵੈਰੀ ਈਜ਼ੀ ਟੂ ਪ੍ਰੈਕਟਿਸ ਇਨ, ਆਈ ਵੁੱਡ ਸੇ, ਅਦਰ ਪੈਥੀਜ਼। ਐਲੋਪੈਥੀ ਹੋ ਗਈ ਜਾਂ ਨੈਚੁਰੋਪੈਥੀ ਹੋ ਗਈ, ਉਹਦੇ 'ਚ ਥੋੜਾ ਜਿਹਾ ਪ੍ਰੈਕਟਿਸ ਨੂੰ ਕਰਨਾ ਈਜ਼ੀ ਹੈ, ਕਿਉਂਕਿ ਉੱਥੇ ਹੋਲਿਸਟਿਕ ਅਪਰੋਚ ਆਫ ਪੇਸ਼ੈਂਟ ਨਹੀਂ ਹੁੰਦੀ। ਪੇਸ਼ੈਂਟ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਨਹੀਂ ਦੇਖਣਾ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦੇ ਲੱਛਣ ਨਹੀਂ ਲੈਣੇ ਪੈਂਦੇ। ਬਟ ਜਦੋਂ ਹੋਮਿਓਪੈਥੀ 'ਚ ਆਪਾਂ ਪੇਸ਼ੈਂਟ ਨੂੰ ਦੇਖਣਾ ਹੈ ਤਾਂ ਜਿਹੜਾ ਹੋਮਿਓਪੈਥ ਹੈ ਉਹਦੀ ਪ੍ਰਾਇਮਰੀ ਡਿਊਟੀ ਹੈਗੀ ਹੈ ਕਿ ਦਵਾਈ ਉਹ ਲੱਭਣੀ ਜਿਹੜੀ ਮਰੀਜ਼ ਦੇ ਲੱਛਣਾਂ ਨਾਲ ਮੈਚ ਕਰਦੀ ਹੈ। ਉਹ ਬਲੱਡ ਪ੍ਰੈਸ਼ਰ ਦਾ ਜਿਹੜਾ ਤੁਹਾਡਾ ਪੇਸ਼ੈਂਟ ਹੈ ਨਾ, ਉਹਨਾਂ ਦੇ ਅੰਦਰ ਵੀ ਬਲੱਡ ਪ੍ਰੈਸ਼ਰ ਇਹ ਨਹੀਂ ਹੈ ਕਿ ਬਲੱਡ ਪ੍ਰੈਸ਼ਰ ਦੇ ਡ੍ਰੌਪ ਲੈ ਜਾਓ ਜੀ। ਠੀਕ ਹੈ। ਔਰ ਇਹ ਵੀ ਹੋ ਸਕਦਾ ਉਹਨਾਂ ਦੇ ਕੇਸ 'ਚ ਬਲੱਡ ਪ੍ਰੈਸ਼ਰ ਵਾਸਤੇ ਦਵਾਈ ਬਦਲਦੀ ਰਹਿੰਦੀ ਹੋਵੇ ਕਿ ਅੱਜ ਉਹ ਬਲੱਡ ਪ੍ਰੈਸ਼ਰ ਉਹਨਾਂ ਦਾ ਵਧਿਆ ਕਿਉਂਕਿ ਉਸ ਰਾਤ ਸਾਰੀ ਸੁੱਤੇ ਨਹੀਂ, ਅਗਲੇ ਦਿਨ ਉਹਦਾ ਬਲੱਡ ਪ੍ਰੈਸ਼ਰ ਵਧਿਆ ਕਿਉਂਕਿ ਉਹਨਾਂ ਨੂੰ ਕਬਜ਼ ਹੋਈ ਹੈ, ਤੀਸਰੇ ਦਿਨ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਿਆ ਕਿਉਂਕਿ ਉਹ ਬਹੁਤ ਗੁੱਸੇ 'ਚ ਨੇ, ਚੌਥੇ ਦਿਨ ਉਹਨਾਂ ਦਾ ਬਲੱਡ ਪ੍ਰੈਸ਼ਰ। ਸੋ ਇਹ ਸਾਰੀਆਂ ਵੇਰੀਏਸ਼ਨਸ ਨੇ ਜਿਹੜੀਆਂ ਬਲੱਡ ਪ੍ਰੈਸ਼ਰ ਨੂੰ ਕਾਜ਼ ਕਰਦੀਆਂ। ਸੋ ਇੱਕ ਪੇਟੈਂਟ ਦਵਾਈ ਕੰਮ ਨਹੀਂ ਕਰਦੀ। ਸੋ ਜਦੋਂ ਪੇਸ਼ੈਂਟ ਨਾਲ ਡਿਸਕਸ਼ਨ ਹੁੰਦੀ ਹੈ, ਪੇਸ਼ੈਂਟ ਦੇ ਸਿੰਪਟਮਸ, ਰੀਜ਼ਨਸ, origin, specifications, ਲੱਛਣ ਦਾ ਵਧਣਾ ਘਟਣਾ, ਚੱਲਣ ਫਿਰਨ ਨਾਲ, ਤੁਰਨ ਨਾਲ, ਪੌੜੀਆਂ ਚੜਨ ਨਾਲ, ਠੰਡ ਨਾਲ, ਗਰਮ ਨਾਲ, ਬਹੁਤ ਸਾਰਾ ਕੁਝ ਹੈ ਕਿ ਕਿੱਦਾਂ ਤੁਹਾਡੀ ਮਸਲਾ ਉੱਤੇ ਥੱਲੇ ਹੋ ਰਿਹਾ ਜੀ। ਉਹ ਸਭ ਲੈ ਕੇ ਫਿਰ ਜਿਹੜੀ ਤੁਹਾਡੀ ਡਿਜ਼ੀਜ਼ ਪਿਕਚਰ ਬਣਦੀ ਹੈ ਉਹਦੇ ਨਾਲ ਦੀ ਮੈਚਿੰਗ ਦਵਾਈ ਲੱਭਣੀ ਪੈਂਦੀ ਹੈ। ਉਹ ਦਵਾਈ ਪੇਸ਼ੈਂਟ ਨੂੰ ਦੇਣ ਨਾਲ ਪੇਸ਼ੈਂਟ ਠੀਕ ਹੁੰਦਾ ਤੇ ਉਹੀ ਪੇਸ਼ੈਂਟ ਦੂਸਰੀ ਵਾਰੀ ਕਿਸੇ ਦੂਸਰੇ ਸਿੰਪਟਮ ਲਈ ਆਂਦਾ ਹੈ ਜਾਂ ਉਸੇ ਰੋਗ ਲਈ ਆਂਦਾ ਪਰ ਉਹਦਾ ਕਾਰਨ ਬਦਲ ਚੁੱਕਾ ਹੈਗਾ ਤਾਂ ਉਹਦੀ ਦਵਾਈ ਬਦਲ ਜਾਏਗੀ। ਇਹ ਜਿਹੜਾ ਕੰਮ ਹੈ ਹੋਮਿਓਪੈਥ ਦਾ, ਇਹ ਇੱਕ ਐਕਸਪੀਰੀਅੰਸ ਨਾਲ ਆਉਣ ਵਾਲਾ ਕੰਮ ਹੈ। ਉਹ ਹੋਮਿਓਪੈਥ ਜਿਹੜਾ ਪੇਟੈਂਟਸ ਤੇ ਕੰਮ ਕਰੇਗਾ ਕਿ ਇੱਕ ਪੇਸ਼ੈਂਟ ਆਇਆ, ਉਹਨੂੰ ਵੀ ਬਲੱਡ ਪ੍ਰੈਸ਼ਰ ਦੀ ਉਹੀ, ਦੂਜੇ ਨੂੰ ਵੀ, ਤੀਜੇ ਨੂੰ ਵੀ, ਚੌਥੇ ਨੂੰ ਵੀ, ਉੱਥੇ ਰਿਜ਼ਲਟ ਪੈਦਾ ਨਹੀਂ ਹੋਏਗਾ। ਯੈਸ, ਦੇਅਰ ਹੋਮਿਓਪੈਥ ਕੈਨ ਫੇਲ। ਦੂਸਰਾ ਹੈਗਾ ਕਿ ਦਵਾਈ ਤਾਂ ਚੰਗੀ ਤਰ੍ਹਾਂ ਲੱਭ ਲਈ ਪ੍ਰਿੰਸ ਜੀ ਕਿ ਆ ਲੱਗਦੀ ਹੈ 100% ਮੈਚ ਕਰਦੀ ਹੈ, ਹੁਣ ਮੈਨੂੰ ਡੋਜ਼ ਕਿਹੜੀ ਦੇਣੀ ਹੈ? ਪੇਸ਼ੈਂਟ ਨੂੰ ਮੈਂ 30 ਸੀ ਪੋਟੈਂਸੀ ਤੋਂ ਸ਼ੁਰੂ ਕਰਨਾ ਹੈ, 30 ਜਾਂ 10x ਤੋਂ ਸ਼ੁਰੂ ਕਰਨਾ ਹੈ, ਤੇ ਜਾਂ ਫਿਰ ਮੈਂ 200 ਸੀ ਦੇਣੀ ਹੈ, 1m 10m, ਕਿੱਥੇ ਕੀ ਖੁਰਾਕ ਦੇਣੀ ਹੈ? ਠੀਕ ਹੈ। ਕਿੰਨੀ ਡੋਜ਼ ਚਾਹੀਦੀ ਹੈ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ, ਉਹ ਵੀ ਨਿਰਭਰ ਪੇਸ਼ੈਂਟ ਦੀ ਨੀਡ ਤੇ ਕਰੇਗਾ। ਫॉर एग्जांपल ਕੋਈ ਪੇਸ਼ੈਂਟ ਕਬਜ਼ ਨਾਲ ਆਂਦਾ ਹੈ ਔਰ ਉਸਦੀ ਕਬਜ਼ ਦੀ ਇੰਟੈਂਸਿਟੀ, ਭਾਵ ਉਹ ਕਹਿੰਦਾ ਕਬਜ਼ ਮੇਰੀ 40% ਕਬਜ਼ੀ ਹੈ, ਨਹੀਂ ਜੀ 100% ਕਬਜ਼ੀ ਹੈ, 10% ਕਬਜ਼ੀ ਹੈ, ਰਾਈਟ? ਪਰਸੈਂਟੇਜ, ਇੰਟੈਂਸਿਟੀ ਆਫ ਦਾ ਡਿਜ਼ੀਜ਼ ਜਿਹੜਾ ਹੈ ਉਹਦੇ ਉੱਤੇ ਨਿਰਭਰ ਕਰੇਗਾ ਕਿ ਇਹਨੂੰ ਕਿੰਨੀ ਖੁਰਾਕ ਚਾਹੀਦੀ ਹੈ ਜੀ। ਠੀਕ ਹੈ। ਸੋ ਪਹਿਲਾਂ ਸਹੀ ਦਵਾਈ ਲੱਭਣਾ, ਫਿਰ ਉਸ ਦੀ ਸਹੀ ਡੋਜ਼ ਲੱਭਣਾ, ਫਿਰ ਉਸ ਦੀ ਸਹੀ ਫ੍ਰੀਕੁਐਂਸੀ ਲੱਭਣਾ, ਤੇ ਇਹਨਾਂ ਤਿੰਨਾਂ ਨੂੰ ਸਹੀ ਨਾਪ ਕੇ ਫਿਰ ਹੈਗਾ ਕਿ ਜਿਹੜਾ ਉਹ ਰੋਗ ਹੈ ਉਸ ਦੇ ਮੇਨਟੇਨਿੰਗ ਕਾਜ਼ ਕੀ ਨੇ, ਭਾਵ ਕਬਜ਼ ਹੈਗੀ ਹੈ
ਤੇ ਇਹ ਪੇਸ਼ੈਂਟ ਰੋਜ਼ ਕੇਲਾ ਖਾਂਦਾ ਹੈ। ਜੀ। ਇਹਦਾ ਮਤਲਬ ਜੇ ਮੈਂ ਉਹਦੀ ਗੱਲਬਾਤ ਸੁਣਾਂਗੀ, ਉਹਦੀ ਖੁਰਾਕ ਬਾਰੇ ਜਾਣਾਂਗੀ ਤੇ ਸਮਝਾਂਗੀ ਵੀ ਇਹ ਤਾਂ ਦਿਨ ਦੇ ਵਿੱਚ 4 ਕੇਲੇ ਖਾ ਜਾਂਦਾ ਹੈ, ਜੀ ਤਾਂ ਕਬਜ਼ ਤਾਂ ਹੋਣੀ ਹੈ। ਪਹਿਲਾਂ ਜੀ ਤੁਸੀਂ ਮੇਨਟੇਨਿੰਗ ਕਾਜ਼ ਨੂੰ ਦੂਰ ਕਰੋ। ਜਾਂ ਇਹ ਪੇਸ਼ੈਂਟ ਸਾਰਾ ਦਿਨ ਪਾਣੀ ਨਹੀਂ ਪੀਂਦਾ, ਕੰਮ ਹੀ ਉਹਦਾ ਇਦਾਂ ਦਾ ਵੀ ਉਹਦਾ ਧਿਆਨ ਹੀ ਨਹੀਂ ਹੁੰਦਾ ਪਾਣੀ ਪੀਣ ਦੇ ਅੰਦਰ, ਉਹਦੀ ਖੁਰਾਕ 'ਚ ਕੋਈ ਫਾਈਬਰ ਹੀ ਨਹੀਂ ਹੈ, ਕੋਈ ਫਰੂਟ ਨਹੀਂ ਹੈ। ਸੋ ਇਹ ਮੇਨਟੇਨਿੰਗ ਕਾਜ਼ਸ ਹੋ ਗਏ। ਸਭ ਕੁਝ ਲੱਭਣ ਤੋਂ ਬਾਅਦ ਇਹ ਮੇਨਟੇਨਿੰਗ ਕਾਜ਼ਸ ਨੂੰ ਵੀ ਦੂਰ ਕਰਨਾ, ਸਮਝਾਉਣਾ ਵੀ ਇਹ ਚੀਜ਼ਾਂ ਤੁਸੀਂ ਬੰਦ ਕਰੋ, ਇਹਨਾਂ ਨੂੰ ਚੇਂਜ ਕਰੋ, ਕਿਉਂਕਿ ਚੇਂਜ ਆਏਗੀ ਤਾਂ ਡਿਜ਼ੀਜ਼ ਪਿਕਚਰ 'ਚ ਵੀ ਚੇਂਜ ਆਏਗੀ। ਤੁਸੀਂ ਚੇਂਜ ਲਿਆਓਗੇ ਤਾਂ ਚੇਂਜ ਆਏਗੀ। ਠੀਕ ਹੈ, ਇਹ ਡਿਊਟੀ ਹੋ ਗਈ ਹੋਮਿਓਪੈਥ ਦੀ। ਠੀਕ ਹੈ, ਜੇ ਉਹਨੇ ਇਹਨਾਂ 'ਚੋਂ ਕਿਤੇ ਵੀ ਅਣਗਹਿਲੀ ਕਰ ਦਿੱਤੀ ਤਾਂ ਰਿਜ਼ਲਟ ਨਹੀਂ ਮਿਲੇਗਾ। ਠੀਕ ਹੈ, ਦੂਸਰੇ ਪਾਸੇ ਆ ਗਿਆ ਹੁਣ ਪੈਸੇਂਜਰ, ਭਾਵ ਪੇਸ਼ੈਂਟ ਦਾ ਰੋਲ। ਜੀ। ਪੇਸ਼ੈਂਟ ਦੇ ਰੋਲ ਦੇ ਅੰਦਰ ਕਿ ਪੇਸ਼ੈਂਟ ਜਦੋਂ ਇੱਕ ਹੋਮਿਓਪੈਥ ਕੋ ਆਇਆ ਹੈ ਤਾਂ ਉਹਨੂੰ ਹੋਮਿਓਪੈਥੀ ਦੀ ਅੰਡਰਸਟੈਂਡਿੰਗ ਹੈ, ਉਹਨੂੰ ਪਤਾ ਵੀ ਇੱਥੋਂ ਮੈਂ ਰਿਜ਼ਲਟ ਕੀ ਐਕਸਪੈਕਟ ਕਰਨਾ ਹੈ, ਕਿ ਜਾਂ ਉਹਦਾ ਮਾਈਂਡਸੈਟ ਬਚਪਨ ਤੋਂ ਜਿਹੜੀ ਉਹਨੇ ਗੋਲੀ ਖਾਧੀ ਹੈ ਐਲੋਪੈਥੀ ਵਾਲਾ ਮਾਈਂਡਸੈਟ ਹੈ ਤੇ ਹੋਮਿਓਪੈਥੀ ਦਵਾਈ ਭਾਲਦਾ ਹੈ। ਠੀਕ ਹੈ, ਸੋ ਜਿਵੇਂ ਆਈ ਵਿਲ ਗਿਵ ਯੂ ਐਨ ਐਗਜ਼ਾਮਪਲ ਕਿ ਕਿਸੇ ਪੇਸ਼ੈਂਟ ਨੂੰ ਪੇਟ 'ਚ ਅੰਦਰਾਂ 'ਚ ਕੋਲਾਈਟਿਸ ਹੈ, ਕੋਲਨ ਇਨਫਲੇਮੇਸ਼ਨ ਹੈ, ਜ਼ਖਮ ਨੇ, ਛਾਲੇ ਨੇ, ਟਾਇਲਟ 'ਚ ਬਲੱਡ ਆਉਂਦਾ ਹੈ। ਠੀਕ ਹੈ, 4-5 ਸਾਲ ਉਹਨਾਂ ਨੇ ਐਲੋਪੈਥੀ ਖਾਧੀ, ਪਰ ਉਹਨਾਂ ਨੂੰ ਲੱਗਦਾ ਕਿ ਐਲੋਪੈਥੀ ਖਾਣ ਨਾਲ ਇਹਨੇ ਸਟਰੋਂਗ ਸਟੀਰੋਇਡਸ ਵੀ ਲੈਣੇ ਆ, ਫਲੇਅਰ ਅਪ ਹੁੰਦਾ ਹੈ, ਪ੍ਰੈਡਨੀਸੋਨ ਖਾਣੇ ਆ, ਬੱਚੇ ਦਾ ਵਜ਼ਨ ਵਧ ਰਿਹਾ ਹੈ, ਨਾਲ ਦੀ ਨਾਲ ਕੀ ਹੈਗਾ ਇਮਿਊਨੋਸਪਰੈਸੈਂਟ ਦਵਾਈਆਂ ਦੇ ਰਹੇ ਆ, ਤੇ ਫਿਰ ਵੀ ਫਲੇਅਰ ਅਪ ਆ ਰਿਹਾ, ਫਿਰ ਵੀ ਸਾਲ 'ਚ 4 ਵਾਰੀ ਖੂਨੀ ਟਾਇਲਟਾਂ ਲੱਗ ਜਾਂਦੀਆਂ, ਤਾਂ ਉਹ ਹੋਮਿਓਪੈਥੀ ਸੀਕ ਕਰਦੇ ਆ। ਠੀਕ ਹੈ, ਹੋਮਿਓਪੈਥੀ ਜਾ ਕੇ ਉਹ ਚਾਹੁੰਦੇ ਨਹੀਂ ਵੀ ਮੈਂ ਸਟੀਰੋਇਡ ਖਾਵਾਂ, ਚਾਹੁੰਦੇ ਨਹੀਂ ਵੀ ਇਮਿਊਨੋਸਪਰੈਸੈਂਟ ਖਾਵਾਂ, ਨੈਚੁਰਲ ਟ੍ਰੀਟਮੈਂਟ ਚਾਹੁੰਦੇ ਆ। ਚਲੋ ਜੀ, ਨੈਚੁਰਲ ਟ੍ਰੀਟਮੈਂਟ ਸ਼ੁਰੂ ਕਰ ਲਿਆ, 2 ਮਹੀਨੇ 3 ਮਹੀਨੇ 4 ਮਹੀਨੇ ਟਾਇਲਟਾਂ ਬੰਦ ਕਿਉਂ ਨਹੀਂ ਹੋ ਰਹੀਆਂ? ਠੀਕ ਹੈ ਜੀ, ਤੁਹਾਨੂੰ ਪ੍ਰੀਵੈਂਸ਼ਨ, ਹੋਮਿਓਪੈਥ ਦੇ ਰੋਲ ਦੱਸਿਆ, ਦਵਾਈ ਲੱਭਣਾ, ਫ੍ਰੀਕੁਐਂਸੀ ਡੋਜ਼ ਲੱਭਣਾ, ਫ੍ਰੀਕੁਐਂਸੀ ਡਿਸਾਈਡ ਕਰਨਾ, ਤੇ ਪ੍ਰੀਵੈਂਸ਼ਨ ਪ੍ਰੀਕਾਸ਼ਨਸ ਨੂੰ ਸਮਝਣਾ, ਤੇ ਉਹਦੇ ਨਾਲ ਪੇਸ਼ੈਂਟ ਨੂੰ ਗਾਈਡ ਕਰਨਾ। ਹੁਣ ਪੇਸ਼ੈਂਟ ਨੂੰ ਗਾਈਡ ਕੀਤਾ ਗਿਆ ਹੈ ਵੀ ਬੱਚੇ ਤੁਸੀਂ 버ਗਰ ਨਹੀਂ ਖਾਣੇ, ਫਰਾਈਆਂ ਨਹੀਂ ਖਾਣੀਆਂ, ਕੋਕ ਜੂਸ ਪਾਪਸ ਐ ਨਹੀਂ ਪੀਣੇ, ਕਿਉਂਕਿ ਇਹ ਤੇਰੀਆਂ ਆਂਦਰਾਂ ਨੂੰ ਤੰਗ ਕਰਨਗੇ। ਤੇਰੀਆਂ ਆਂਦਰਾਂ ਇਹ ਸੋਚ ਵੀ ਜਿਵੇਂ ਮੂੰਹ ਛਾਲਿਆਂ ਨਾਲ, ਜ਼ਖਮਾਂ ਨਾਲ ਭਰਿਆ ਹੋਵੇ, ਤਾਂ ਕਿਵੇਂ ਦਾ ਫੂਡ ਅਸੀਂ ਖਾਂਦੇ ਆ, ਵੈਰੀ ਮਾਈਲਡ ਐਂਡ ਲਾਈਟ, ਈਜ਼ੀ ਟੂ ਡਾਈਜੈਸਟ, ਇਦਾਂ ਦਾ ਫੂਡ ਨੂੰ ਤੂੰ ਸਟਿਕ ਕਰਨਾ। ਤੀਜੇ ਚੌਥੇ ਮਹੀਨੇ ਜਾ ਕੇ ਪਤਾ ਚੱਲਦਾ, ਪੇਰੈਂਟਸ ਕਹਿੰਦੇ ਜੀ ਦੱਸੋ ਫਰਕ ਤਾਂ ਬਿਲਕੁਲ ਨਹੀਂ ਪੈ ਰਿਹਾ। ਕਿਉਂ ਨਹੀਂ ਪਿਆ ਫਰਕ? ਬਿਲਕੁਲ ਨਹੀਂ ਪੈ ਰਿਹਾ ਜੀ, ਸਾਨੂੰ ਤਾਂ ਵੀ ਆਰ ਡਿਸਅਪਾਇੰਟਡ। ਅੱਛਾ ਜੀ, ਬੱਚੇ ਦਾ ਖਾਣਾ ਪੀਣਾ ਕਿੱਦਾਂ? ਖਾਣਾ ਪੀਣਾ ਤਾਂ ਜੀ ਉਦਾਂ ਹੀ ਜਿੱਦਾਂ ਕਰ ਰਿਹਾ ਸੀਗਾ, ਸੋ ਤੁਹਾਨੂੰ ਦੱਸਿਆ ਸੀ ਇਹ ਚੀਜ਼ਾਂ ਬੰਦ ਕਰਨੀਆਂ। ਉਹ ਕਹਿੰਦਾ ਜੀ ਮੈਂ ਕਿਉਂ ਬੰਦ ਕਰਾਂ, ਜਦੋਂ ਮੈਂ ਗੈਸਟ੍ਰੋਐਂਟਰੋਲੋਜਿਸਟ ਕੋਲ ਜਾਂਦਾ ਸੀ, ਐਲੋਪੈਥੀ ਵਾਲੇ ਕੋਲ, ਉਹ ਕਹਿੰਦਾ ਸੀ ਜੋ ਮਰਜ਼ੀ ਖਾਓ ਜੀ, ਤੇ ਉਹ ਕਹਿੰਦਾ ਮੈਂ ਕਿਉਂ ਬੰਦ ਕਰਾਂ? ਦਵਾਈ ਅਸੀਂ ਹੋਮਿਓਪੈਥੀ ਖਾਣੀ ਹੈ ਤੇ ਇੰਸਟਰਕਸ਼ਨ ਕਿਹਦੀਆਂ ਫਾਲੋ ਕਰਨੀ ਹੈ? ਗੈਸਟ੍ਰੋਐਂਟਰੋਲੋਜਿਸਟ ਦੀਆਂ। ਗੈਸਟ੍ਰੋਐਂਟਰੋਲੋਜਿਸਟ ਨੇ ਕਿਉਂ ਕਿਹਾ ਵੀ ਤੁਸੀਂ ਜੋ ਮਰਜ਼ੀ ਖਾਓ? ਕਿਉਂਕਿ ਉਹਨਾਂ ਨੇ ਸਟੀਰੋਇਡ ਦਿੱਤੇ ਹੋਏ ਆ, ਉਹਨਾਂ ਨੂੰ ਨਹੀਂ ਫਰਕ ਪੈਂਦਾ। ਠੀਕ ਹੈ ਜੀ, ਬਟ ਜੋ ਤੁਸੀਂ ਉਹ ਸਭ ਕੁਝ ਬੰਦ ਕੀਤਾ, ਤੁਹਾਨੂੰ ਪਤਾ ਹੈ ਯੂ ਕੈਨ ਈਜ਼ੀਲੀ ਹੈਵ ਫਲੇਅਰ ਅਪ। ਸੋ ਇੰਸਟਰਕਸ਼ਨ ਆਪਣੇ ਮਤਲਬ ਦੀ ਸਮਝਣੀ ਹੈ ਤੇ ਮਤਲਬ ਦੀ ਯੂਜ਼ ਕਰਨੀ ਹੈ, ਤੇ ਦਵਾਈ ਵੀ ਅਸੀਂ ਇਹ ਖਾਣੀ ਹੈ ਤਾਂ ਕਿ ਸਾਈਡ ਇਫੈਕਟ ਵੀ ਨਾ ਹੋਵੇ। ਸੋ ਮਤਲਬ ਕਹਿਣ ਤੋਂ ਇਹ ਹੈ ਕਿ ਇੱਕ ਪ੍ਰੈਕਟੀਸ਼ਨਰ ਨੂੰ ਫਾਲੋ ਕਰਨਾ ਟ੍ਰੀਟਮੈਂਟ ਵਾਸਤੇ, ਤੇ ਇੰਸਟਰਕਸ਼ਨ ਦੂਸਰੇ ਪ੍ਰੈਕਟੀਸ਼ਨਰ ਦੀਆਂ ਫਾਲੋ ਕਰਨੀਆਂ, ਕਿਉਂਕਿ ਉਹ ਮੈਨੂੰ ਜ਼ਿਆਦਾ ਸੂਟ ਕਰਦੀਆਂ ਜੀ। ਸੋ ਇਸ ਕਰਕੇ ਪੇਸ਼ੈਂਟ ਫੇਲ ਹੋਏਗਾ, ਪੇਸ਼ੈਂਟ ਰਿਜ਼ਲਟ ਉਹਨੂੰ ਨਹੀਂ ਮਿਲੇਗਾ। ਇਸੇ ਤਰ੍ਹਾਂ ਜੇ ਆਪਾਂ ਕੋਈ ਟ੍ਰੀਟਮੈਂਟ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਪਿਛਲੇ ਸ਼ੋਅ 'ਚ ਵੀ ਗੱਲ ਕਰ ਰਹੇ ਸੀਗੇ, ਓਪਨ ਯੂਰਸੈਲਫ, ਡਿਸਕਸ ਯੂਰ ਪ੍ਰੋਬਲਮ, ਰੂਟ ਕਾਜ਼ ਨੂੰ ਦੱਸੋ, ਰੀਜ਼ਨ ਨੂੰ ਦੱਸੋ ਵੀ ਮੇਰੀ ਕਬਜ਼ੀ ਠੀਕ ਕਰ ਦਿਓ। ਕਬਜ਼ੀ ਠੀਕ ਕਰ ਦਿੰਦੇ ਆ ਜੀ, ਨੋ ਪ੍ਰੋਬਲਮ, ਦਵਾਈਆਂ ਦਿੱਤੀਆਂ, ਨਹੀਂ ਫਰਕ ਪੈ ਰਿਹਾ, ਓਕੇ, ਬੈਠਣ 'ਚ ਸਿਟਿੰਗ, ਕੋਈ ਸਿਰ ਦਰਦ ਨਹੀਂ, ਉਹ ਠੀਕ ਹੈ, ਸਭ ਠੀਕ ਹੈ। ਦੂਸਰੀ ਤੀਸਰੀ ਸਿਟਿੰਗ 'ਚ ਪਤਾ ਲੱਗਦਾ ਸਿਰ ਦਰਦ ਹੁੰਦਾ, ਉਹਨੂੰ ਤੇ ਮੈਂ ਟਾਈਨੋਲ ਨਾਲ ਠੀਕ ਕਰ ਲੈਂਦੀ, ਉਹਦੀ ਕੋਈ ਪ੍ਰੋਬਲਮ ਨਹੀਂ। ਕਿੰਨੀਆਂ ਫਨ ਟਾਈਨੋਲ ਖਾਂਦੇ ਹੋ? ਮੈਨੂੰ ਹਫਤੇ 'ਚ 5-6 ਦਿਨ ਤੱਕ ਖਾਣੀ ਪੈਂਦੀ ਹੈ। ਕਿਹੜੀ ਟਾਈਨੋਲ ਖਾਂਦੇ ਹੋ? ਟਾਈਨੋਲ 2, ਟਾਈਨੋਲ 3, ਤਾਂ ਕਬਜ਼ ਕਿੱਥੋਂ ਨਹੀਂ ਹੋਏਗੀ? ਸੋ ਮੈਂ ਕਬਜ਼ ਕਿੱਦਾਂ ਠੀਕ ਕਰ ਦਿਆਂ ਜੇ ਤੁਸੀਂ ਮੈਨੂੰ ਦੱਸ ਨਹੀਂ ਰਹੇ ਕਿ ਟਾਈਨੋਲ 2, ਟਾਈਨੋਲ 3 ਮੈਂ ਵੀਕਲੀ ਇੰਨੀਆਂ ਜ਼ਿਆਦਾ ਖਾ ਰਹੀ ਹਾਂ? ਸੋ ਦਿਸ ਇਜ਼ ਵੇਅਰ ਪੇਸ਼ੈਂਟ ਫੇਲਸ। ਠੀਕ ਹੈ ਜੀ, ਸੋ ਓਪਨ ਅਪ ਯੋਰਸੈਲਫ। ਜੇ ਆਪਾਂ ਕਿਸੇ ਵੀ ਪ੍ਰਣਾਲੀ 'ਚ ਟ੍ਰੀਟਮੈਂਟ ਚਾਹੁੰਦੇ ਹਾਂ, ਇੱਥੇ ਮੈਂ ਇੱਕ ਹੋਰ ਐਗਜ਼ਾਮਪਲ ਦੇਵਾਂਗੀ, ਜਿਹੜੀ ਕਿ ਪੇਸ਼ੈਂਟ ਇਹ ਸੋਚਦਾ ਕਿ ਇਹ ਚੀਜ਼ ਤਾਂ ਦਵਾਈ ਨਹੀਂ। ਆਈ ਥਿੰਕ ਆਪਾਂ ਸ਼ਾਇਦ ਪਿਛਲੇ ਸ਼ੋਅ 'ਚ ਗੱਲ ਕੀਤੀ ਸੀ ਕਿ ਨਹੀਂ, ਆਮ ਨਾਟ ਸ਼ੋਰ। ਪੇਸ਼ੈਂਟ ਹੈਵ ਵਾਈਟਿਲਿਗੋ, ਵਾਈਟ ਪੈਚਸ, ਠੀਕ ਹੈ, ਮੇਰੇ ਵਾਈਟ ਪੈਚਸ ਠੀਕ ਕਰ ਦਿਓ। ਵਾਈਟ ਪੈਚਸ ਹੋ ਜਾਣਗੇ ਠੀਕ ਜੀ, ਦੂਸਰੇ ਤੀਸਰੇ ਮਹੀਨੇ ਤੋਂ ਬਾਅਦ ਵਾਈਟ ਪੈਚਸ ਨਹੀਂ ਹੋਣੇ ਚਾਹੀਦੇ। ਠੀਕ ਹੈ, ਨਹੀਂ ਹੋਣਗੇ, 3rd ਮੰਥ ਤੋਂ ਬਾਅਦ ਪੈਚਸ ਨਵੇਂ ਨਹੀਂ ਆਣੇ ਚਾਹੀਦੇ, 4ਥੇ ਮੰਥ ਵੀ ਆ ਰਹੇ ਨੇ। ਤੁਸੀਂ ਕੋਈ ਦਵਾਈ ਤਾਂ ਨਹੀਂ ਖਾ ਰਹੇ? ਨਹੀਂ ਜੀ, ਕੋਈ ਦਵਾਈ ਨਹੀਂ ਖਾ ਰਹੇ। ਆਰ ਯੂ ਸ਼ੋਰ? ਨਹੀਂ ਦਵਾਈ ਖਾ ਰਹੇ। ਕੰਟਰਾਸੈਪਟਿਵ ਪਿਲਸ ਖਾ ਰਹੀਆਂ, ਉਹ ਕੀ ਨੇ? ਦੇ ਆਰ ਮੈਡੀਸਿਨਸ ਜੀ, ਹਾਰਮੋਨਸ। ठीक है, lot of patient have skin disorders because of contraceptive pills, पर ਅਸੀਂ ਉਹਨਾਂ ਨੂੰ ਦਵਾਈ ਨਹੀਂ ਸਮਝਦੇ, ਕਿਉਂਕਿ ਸਾਨੂੰ ਤਾਂ ਲੱਗਦਾ ਉਹ ਤਾਂ contraceptive pill ਹੈ ਨਾ, ਦਵਾਈ ਥੋੜੀ ਹੈ। ਮੈਂ ਉਹਨੂੰ ਕਿਸੇ ਰੋਗ ਵਾਸਤੇ ਤਾਂ ਖਾ ਨਹੀਂ ਰਹੀ, ਕਿਸੇ ਬਿਮਾਰੀ ਵਾਸਤੇ ਨਹੀਂ ਖਾ ਰਹੀ।
ਮਲਟੀਵਾਈਟਾਮਿਨਸ, ਵਿਟਾਮਿਨਸ, ਆਪਣੇ ਹੇਅਰ ਨੇਲ ਕੇਅਰ ਜਿਹੜੇ ਸਪਲੀਮੈਂਟਸ, ਇਹ ਸਾਰੇ ਕੈਮੀਕਲਸ ਜਿਹੜੇ ਤੁਹਾਡੇ ਬਾਡੀ 'ਚ ਜਾਂਦੇ ਆ। ਸੋ ਇਹਨਾਂ ਦੇ ਵੀ ਤੁਹਾਡੇ ਸਰੀਰ ਤੇ ਚੰਗੇ ਤੇ ਮਾੜੇ ਅਸਰ ਹੋ ਸਕਦੇ ਨੇ। ਬਹੁਤ ਸਾਰੇ ਪੇਸ਼ੈਂਟਸ ਆਈ ਵੁੱਡ ਸੇ ਕਿ ਹੇਅਰ ਨੇਲ ਕੇਅਰ ਵਾਸਤੇ ਬਾਇਓਸੈਲ ਜਾਂ ਫਿਰ ਸਿਲਿਕਾ ਜਾਂ ਫਿਰ ਬਾਇਓਟਿਨ ਇਦਾਂ ਦੇ ਸਪਲੀਮੈਂਟਸ ਖਾਂਦੇ ਆ, ਔਰ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਣ ਲੱਗਦਾ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਚੀਜ਼ਾਂ, ਇਹ ਸਪਲੀਮੈਂਟਸ ਸਿਰਫ ਆਪਾਂ ਹੈਲਥ ਨੂੰ ਇੰਪਰੂਵ ਕਰਨ ਲਈ, ਵਾਲਾਂ ਨੂੰ ਇੰਪਰੂਵ ਕਰਨ ਲਈ ਖਾ ਰਹੇ ਆ ਤੇ ਉਹ ਮੈਨੂੰ ਬਲੱਡ ਪ੍ਰੈਸ਼ਰ ਦੇ ਰਿਹਾ। ਉਸੇ ਤਰ੍ਹਾਂ ਬਜ਼ੁਰਗ ਬੜੇ ਸ਼ੌਂਕ ਨਾਲ ਇੱਕ ਦੂਜੇ ਤੋਂ ਸੁਣ ਕੇ ਗਲੂਕੋਜ਼ਾਮਿਨ ਖਾਂਦੇ, ਤੇਰੇ ਗੋਡੇ ਦੁਖਦੇ ਆ, ਮੇਰੇ ਵੀ ਦੁਖਦੇ ਆ, ਮੈਂ ਤਾਂ ਨਾ ਖਾਂਦੀ ਆ, ਮੈਂ ਵੀ ਖਾਣ ਲੱਗਦੀ ਆ ਗਲੂਕੋਜ਼ਾਮਿਨ। ਮੇਰੇ ਅੰਦਰ ਜੇ ਮੈਨੂੰ ਆਲਰੇਡੀ ਪਹਿਲਾਂ ਬਲੱਡ ਪ੍ਰੈਸ਼ਰ ਹੈਗਾ ਤਾਂ ਉਸ ਨੂੰ ਵਧਾ ਦੇਗਾ। ਠੀਕ ਹੈ। ਤੇ ਪਰ ਮੈਂ ਕੀ ਕਰਾਂਗੀ, ਗਲੂਕੋਜ਼ਾਮਿਨ ਵੱਲ ਤੇ ਮੇਰਾ ਧਿਆਨ ਹੀ ਨਹੀਂ ਜਾਣਾ ਕਿਉਂਕਿ ਮੈਨੂੰ ਪਤਾ ਨਹੀਂ ਹੈ। ਤੇ ਮੈਂ ਕੀ ਕਰਾਂਗੀ, ਆਪਣੇ ਡਾਕਟਰ ਕੋਲ ਜਾਵਾਂਗੀ, ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੋ ਰਿਹਾ, ਡਾਕਟਰ ਕੀ ਕਰੇਗਾ, ਉਹਨੂੰ ਵੀ ਨਹੀਂ ਮੈਂ ਦੱਸਿਆ ਮੈਂ ਗਲੂਕੋਜ਼ਾਮਿਨ ਆਪੇ ਖਾ ਰਹੀ ਹਾਂ, ਉਹ ਵਿਚਾਰਾ ਗੋਲੀ ਵਧਾ ਦੇਗਾ। ਬਿਲਕੁਲ। ਇਸ ਤਰ੍ਹਾਂ ਮੇਰੀਆਂ ਗੋਲੀਆਂ ਤੇ ਪ੍ਰਿਸਕ੍ਰਿਪਸ਼ਨਸ ਵਧਦੀਆਂ ਜਾਣਗੀਆਂ। ਸੋ ਓਪਨ, ਜਦੋਂ ਵੀ ਕੋਈ ਸਪਲੀਮੈਂਟ ਵੀ ਲੈਂਦੇ ਹੋ, ਕਿਸੇ ਵੀ ਪ੍ਰੈਕਟੀਸ਼ਨਰ ਕੋ ਜਾਓ, ਐਲੋਪੈਥ ਕੋ ਜਾਂਦੇ ਹੋ, ਫੈਮਿਲੀ ਡਾਕਟਰ ਕੋਲ, ਜਾਂ ਫਿਰ ਤੁਸੀਂ ਹੋਮਿਓਪੈਥ ਕੋ, ਨੈਚੁਰੋਪੈਥ ਕੋ, ਜਿਹਦੇ ਕੋ ਵੀ ਜਾਂਦੇ, ਜੋ ਵੀ ਖਾ ਰਹੇ ਹੋ ਇੱਕ ਬੈਗ 'ਚ ਪਾ ਕੇ ਨਾਲ ਲੈ ਕੇ ਜਾਓ। ਚਾਹੇ ਉਹ ਸਪਲੀਮੈਂਟਸ ਨੇ, ਆਇਰਨ ਹੈ, ਕੁਝ ਵੀ ਹੈ। ਕਬਜ਼ ਵਾਸਤੇ ਤੁਸੀਂ ਆ ਰਹੇ ਹੋ ਤਾਂ ਤੁਸੀਂ ਇੰਨੀ ਸਾਰੀ ਆਇਰਨ ਖਾ ਰਹੇ ਹੋ, ਦੱਸੋ ਆ ਕੇ, ਠੀਕ ਹੈ ਜੀ, ਬਿਕਾਜ਼ ਦੈਟ ਕੈਨ ਬੀ ਕਾਜ਼ਿੰਗ ਯਰ ਕਨਸਟੀਪੇਸ਼ਨ। ਸੋ ਇਹ ਸਾਰੀਆਂ ਚੀਜ਼ਾਂ ਓਪਨ ਅਪ ਕਰੋ, ਇਹ ਤੁਹਾਡੀ ਸਿਹਤ ਲਈ ਜ਼ਿਆਦਾ ਇੰਪੋਰਟੈਂਟ ਹੈਗੀਆਂ, ਤਾਂ ਕਿ ਤੁਸੀਂ ਕਿਸੇ ਵੀ ਪੈਥੀ 'ਚ ਡਿਸਅਪਾਇੰਟ ਨਾ ਹੋਵੋ। ਕਿਸੇ ਵੀ ਪੈਥੀ 'ਚ, ਐਲੋਪੈਥੀ 'ਚ ਵੀ ਡਿਸਅਪਾਇੰਟਮੈਂਟ ਨਾ ਹੋਵੇ ਤੁਹਾਨੂੰ, ਨਾ ਨੈਚੁਰੋਪੈਥੀ 'ਚ ਹੋਵੇ, ਤੇ ਨਾ ਹੀ ਹੋਮਿਓਪੈਥੀ 'ਚ। ਐਂਡ ਆਈ ਵਿਲ ਐਮਫਸਾਈਜ਼ ਅਗੇਨ, ਹੋਮਿਓਪੈਥੀ ਨੈਵਰ ਫੇਲਸ। ਜੀ, ਕਾਫੀ ਆਪਾਂ ਡਿਟੇਲ ਦੇ ਵਿੱਚ ਗੱਲ ਕੀਤੀ ਆ। ਹੁਣ ਮੈਂ ਜੇ ਗੱਲ ਕਰਾਂ ਕਿੱਥੋਂ ਤੱਕ ਜਿਹੜੇ ਤੁਹਾਡੇ ਪੇਸ਼ੈਂਟ ਇਸ ਵੇਲੇ ਤੁਹਾਡੇ ਕੋਲ ਹੈਗੇ ਨੇ, ਕਿਹੜੀ ਕੰਟਰੀ ਤੱਕ ਤੁਸੀਂ ਇਲਾਜ ਕਰਦੇ ਹੋ, ਤੇ ਪਲੱਸ ਕਿੰਨੇ ਕੁ ਮਰੀਜ਼ ਜਿਹੜੇ ਅੱਜ ਤੱਕ ਤੁਸੀਂ ਹੈਂਡਲ ਕਰ ਚੁੱਕੇ ਹੋ? Okay, Prince ji, it's over now, I would say thousands of patients. So, and ਇੱਕ ਚੀਜ਼ ਹੈਗੀ ਹੈ ਕਿ ਲਿਮਿਟ ਕੋਈ ਨਹੀਂ ਹੈ ਕਿ ਕਿੱਥੇ ਤੱਕ ਪੇਸ਼ੈਂਟ ਅਸੀਂ ਗੱਲ ਕੀਤੀ ਇੰਡੀਆ 'ਚ ਹੋਮਿਓਪੈਥੀ ਇਸ ਵੇਲੇ ਸਭ ਤੋਂ, ਵਰਲਡ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਹੋਮਿਓਪੈਥੀ ਇੰਡੀਆ 'ਚ ਯੂਜ਼ ਕੀਤੀ ਜਾਂਦੀ ਹੈ। ਐਂਡ ਆਈ ਸੈਂਡ ਮੈਡੀਸਿਨਸ ਟੂ ਇੰਡੀਆ ਟੂ। ਸਾਡੇ ਪੇਸ਼ੈਂਟਸ ਇੰਡੀਆ ਤੱਕ ਨੇ। ਜਿਹੜੇ ਪੇਸ਼ੈਂਟਸ ਇੱਥੇ ਠੀਕ ਹੁੰਦੇ ਨੇ, ਫਿਰ ਉਹ ਆਪਣੇ ਫੈਮਿਲੀ, ਫਰੈਂਡਸ, ਰੈਫਰਲਸ ਨੂੰ ਇੰਡੀਆ ਵੀ ਟ੍ਰੀਟਮੈਂਟ ਭੇਜਦੇ ਨੇ। ਉਸੇ ਤਰ੍ਹਾਂ US ਹੋ ਗਿਆ, ਆਸਟ੍ਰੇਲੀਆ ਹੋ ਗਿਆ, ਗ੍ਰੀਸ, ਇਟਲੀ ਤੱਕ ਪੇਸ਼ੈਂਟ ਨੇ, ਪਰ ਇਟਲੀ ਤੋਂ ਦਵਾਈ ਮੁੜ ਆਉਂਦੀ ਹੈ। ਇਹ ਵੀ ਦੱਸ ਦਈਏ ਆਪਣੇ ਰਿਸ਼ਤੇਦਾਰਾਂ ਨੂੰ ਇਟਲੀ ਦੇ ਵਿੱਚ ਦਵਾਈ ਭੇਜਣ ਦੀ ਕੋਸ਼ਿਸ਼ ਨਾ ਕਰਨਾ, ਕਿਉਂਕਿ ਉੱਥੇ ਦੀ ਗਵਰਨਮੈਂਟ ਮੈਡੀਸਨ ਕਿਤੇੋਂ ਵੀ ਬਾਹਰਲੀ ਕੰਟਰੀ 'ਚੋਂ ਇਨਬਾਊਂਡ ਨਹੀਂ ਆਉਣ ਦਿੰਦੀ। ਠੀਕ ਹੈ ਜੀ। ਬਟ ਯੈਸ, ਵੀ ਹੈਵ ਪੇਸ਼ੈਂਟਸ ਆਲ ਓਵਰ ਵਰਲਡ। ਜ਼ਿਆਦਾ ਪੇਸ਼ੈਂਟ ਬੇਸ ਇਜ਼ ਯੈਸ ਇਨ ਕੈਨੇਡਾ ਐਂਡ ਅਮਰੀਕਾ। ਤੇ ਜੇ ਤੁਹਾਨੂੰ ਕੋਈ ਵੀ ਮਨਾਂ 'ਚ ਸਵਾਲ ਹੈਗਾ, ਤੁਹਾਡੇ ਅੰਦਰ ਯੂ ਹੈਵ ਐਨੀ ਕੁਐਸਚਨ ਅਬਾਊਟ ਹੋਮਿਓਪੈਥੀ, ਤੁਹਾਡੀ ਆਪਣੀ ਸਿਹਤ ਨੂੰ ਲੈ ਕੇ ਕੋਈ ਸਵਾਲ ਹੈ, ਤਾਂ ਸਕਰੀਨ ਤੇ ਆ ਰਿਹਾ ਨੰਬਰ 6478562516, ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਇਸੇ ਨੰਬਰ ਦੇ ਉੱਤੇ WhatsApp ਅਵੇਲੇਬਲ ਹੈ, ਜਿਹਦੇ ਤੇ ਤੁਸੀਂ ਆਪਣਾ ਮੈਸੇਜ ਲਿਖ ਕੇ ਵੀ ਜਵਾਬ ਮੰਗ ਸਕਦੇ ਹੋ। ਇੱਕ ਰਿਕੁਐਸਟ ਮੈਂ ਪਿਛਲੇ ਸ਼ੋਅ 'ਚ ਵੀ ਕੀਤੀ ਸੀ, ਐਂਡ ਆਈ ਥਿੰਕ ਮੈਨੂੰ ਹਰ ਸ਼ੋਅ 'ਚ ਕਰਨੀ ਪਏਗੀ, ਕਿ 100 ਆਫ ਕਾਲਸ ਅਸੀਂ ਜਿਹੜਾ ਪਰ ਡੇ ਰਿਸੀਵ ਕਰਦੇ ਆ, ਤੇ ਹਰ ਕਾਲ ਨੂੰ ਮੇਰੇ ਲਈ ਆਨਸਰ ਕਰਨਾ ਥੋੜਾ ਜਿਹਾ ਡਿਫਿਕਲਟ ਹੁੰਦਾ ਹੈ, ਕਿਉਂਕਿ ਮੈਂ ਡੇਲੀ ਪੇਸ਼ੈਂਟਸ ਵੀ ਦੇਖਣੇ ਆ। ਸੋ ਆਈ ਪ੍ਰੈਫਰ ਕਿ ਤੁਸੀਂ ਜਦੋਂ ਸਟਾਫ ਤੁਹਾਡੇ ਫੋਨ ਨੂੰ ਆਨਸਰ ਕਰਦਾ, ਤੁਸੀਂ ਇਹ ਨਹੀਂ ਕਹੋ ਜੀ ਮੇਰੀ ਸਿੱਧੀ ਗੱਲ ਕਰਾਓ, ਤੁਸੀਂ ਆਪਣਾ ਕੰਸਰਨ ਦੱਸੋ। ਤੁਹਾਨੂੰ ਸਵਾਲ ਪੁੱਛਦੇ ਨੇ ਕਿਸ ਚੀਜ਼ ਦੀ ਹੈਲਪ ਚਾਹੀਦੀ ਹੈ, ਦੱਸੋ ਤੁਹਾਡਾ ਪ੍ਰੋਬਲਮ ਕੀ ਹੈ, ਜਾਂ ਫਿਰ ਤੁਸੀਂ ਆਪਣੀ ਰਿਪੋਰਟ ਭੇਜ ਦਿਓ, ਸ਼ੀ ਕੈਨ ਸੀ ਐਂਡ ਰਿਪਲਾਈ ਯੂ। ਸੋ ਤੁਸੀਂ ਆਪਣਾ ਮਸਲਾ ਡਿਸਕਸ ਜ਼ਰੂਰ ਕਰੋ, ਤਾਂ ਕਿ ਉਹ ਜਾਂ ਤਾਂ ਜਵਾਬ ਲੈ ਕੇ ਤੁਹਾਨੂੰ ਦੇ ਸਕਣ, ਜਾਂ ਫਿਰ ਜੇ ਤੁਹਾਡਾ ਜਿਹੜਾ ਜੋ ਵੀ ਮਸਲਾ ਹੈ ਅਸੀਂ ਉਸ ਨੂੰ ਟ੍ਰੀਟ ਕਰਦੇ ਹਾਂ, ਤਾਂ ਤੁਹਾਨੂੰ ਅਪਾਇੰਟਮੈਂਟ ਬੁੱਕ ਕਰਕੇ ਦੇਣਗੇ, ਵੇਅਰ ਆਈ ਕੈਨ ਸਟ੍ਰੇਟ ਟਾਕ ਟੂ ਯੂ। ਸੋ ਪਲੀਜ਼ ਇੰਨੀ ਇੱਕ ਬੇਨਤੀ ਜ਼ਰੂਰ ਮੰਨ ਲਓ। ਸਕਰੀਨ ਤੇ ਆ ਰਹੇ ਨੰਬਰ ਤੇ ਅਗੇਨ ਐਜ਼ ਆਈ ਸੈਡ ਯੂ ਕੈਨ ਕਾਲ, ਤੇ ਕਲੀਨਿਕ ਦੀ ਈਮੇਲ sujok@gmail.com ਦੇ ਉੱਤੇ ਈਮੇਲ ਵੀ ਕਰ ਸਕਦੇ ਹੋ। ਮੇਰੇ ਮਨ ਦੇ ਵਿੱਚ ਇੱਕ ਹੋਰ ਸਵਾਲ ਆਇਆ ਕਿ ਜਿਹੜੇ ਹੋਮਿਓਪੈਥੀ ਦੀ ਜਿਹੜੀ ਮੈਡੀਸਨ ਆ, ਇਹ ਕਿਹੜੀ ਜਗ੍ਹਾ ਤੇ ਜ਼ਿਆਦਾ ਬਣਦੀ ਹੈ? ਆਲ ਓਵਰ ਵਰਲਡ। ਅੱਛਾ ਜੀ। ਇਹ ਹੋਮਿਓਪੈਥੀ ਪੈਥੀ ਇਜ਼ ਜਰਮਨ ਓਰੀਜਨ। ਜਰਮਨੀ ਦੇ ਜਿਹੜੇ ਪ੍ਰੈਕਟੀਸ਼ਨਰ ਸੀਗੇ ਉਹ ਐਲੋਪੈਥ ਸੀਗੇ, ਜਿਨ੍ਹਾਂ ਨੇ ਏਜ਼ੀ ਇਜਾਦ ਕੀਤੀ, ਤੇ ਜਰਮਨੀ ਦੇ ਵਿੱਚ ਹੀ ਇਹ ਪ੍ਰਚਲਿਤ ਹੋਈ। ਯੂਰਪ ਦੇ ਅੰਦਰ ਬਹੁਤ ਜ਼ਿਆਦਾ ਹੋਮਿਓਪੈਥੀ ਪਪੂਲਰ ਹੈ, ਐਂਡ ਇੰਡੀਆ ਦੇ ਅੰਦਰ ਐਜ਼ ਆਈ ਸੈਡ ਨਾਓ ਇਟਸ ਅ ਹਬ ਆਫ ਹੋਮਿਓਪੈਥੀ। ਬਟ ਆਲ ਓਵਰ ਸਾਡੀਆਂ ਜਿਹੜੀਆਂ ਦਵਾਈਆਂ ਨੇ, ਜਿੰਨੀਆਂ ਵੀ ਅਸੀਂ ਕੈਨੇਡਾ 'ਚ ਯੂਜ਼ ਕਰਨੀਆਂ, ਯੈਸ ਇਜ਼ ਅ ਗੁੱਡ ਕੁਐਸਚਨ ਫॉर ਆवर ਵਿਊਅਰਸ ਟੂ ਨੋ, ਕਿ ਜਿੰਨੀਆਂ ਵੀ ਅਸੀਂ ਦਵਾਈਆਂ ਕੈਨੇਡਾ 'ਚ ਯੂਜ਼ ਕਰਦੇ ਹਾਂ, ਜਾਂ ਫਿਰ ਅਸੀਂ ਕੈਨੇਡਾ ਤੋਂ ਬਾਹਰ ਅਮਰੀਕਾ ਕਿਤੇ ਵੀ ਭੇਜਦੇ ਹਾਂ, ਇਹ ਸਾਰੀਆਂ ਦਵਾਈਆਂ ਕੈਨੇਡੀਅਨ ਪ੍ਰੋਡਕਟਸ ਨੇ ਜੀ। ਠੀਕ ਹੈ ਜੀ। ਇਹਨਾਂ ਨੂੰ ਕੋਈ ਵੀ ਇੰਪੋਰਟ ਅਸੀਂ ਕਿਸੇ ਵੀ ਹੋਰ ਕੰਟਰੀ ਤੋਂ ਇੰਪੋਰਟ ਕਰਕੇ ਇੱਥੇ ਨਹੀਂ ਵੇਚ ਸਕਦੇ, ਕਿਉਂਕਿ ਇਹਨਾਂ ਦਵਾਈਆਂ ਦੇ ਉੱਤੇ DIN HM ਨੰਬਰ, ਡਰੱਗ ਆਇਡੈਂਟੀਫਿਕੇਸ਼ਨ ਨੰਬਰ ਆਫ ਹੋਮਿਓਪੈਥੀ, ਜਿਹੜਾ ਹੋਣਾ ਜ਼ਰੂਰੀ ਹੈ,
ਓਨਲੀ ਦੈਨ ਅਸੀਂ ਪੇਸ਼ੈਂਟ ਨੂੰ ਦੇ ਸਕਦੇ ਹੈਗੇ ਆ। ਠੀਕ। ਸੋ ਇਹ ਸਾਰੀਆਂ ਦਵਾਈਆਂ ਜਿਹੜੀਆਂ ਅਸੀਂ ਹੋਮਿਓਪੈਥਿਕ ਯੂਜ਼ ਕਰਦੇ ਆ ਉਹ ਕੈਨੇਡੀਅਨ ਫਾਰਮੇਸੀ ਕੰਪਨੀਆਂ ਹੀ ਬਣਾਉਂਦੀਆਂ ਹੈਗੀਆਂ। ਜੀ ਬਿਲਕੁਲ, ਅਸੀਂ ਕਾਫੀ ਡਿਟੇਲ ਦੇ ਵਿੱਚ ਅੱਜ ਜਾਣਕਾਰੀ ਲਈ ਕਿ ਕਿਸ ਤਰੀਕੇ ਨਾਲ ਮੈਡੀਸਿਨ ਜਿਹੜੀ ਵਰਕ ਕਰਦੀ ਹੈ। ਜੇਕਰ ਤੁਹਾਡਾ ਵੀ ਕੋਈ ਸਵਾਲ ਆ ਕਿਸੇ ਵੀ ਰੋਗ ਨੂੰ ਲੈ ਕੇ ਤਾਂ ਤੁਸੀਂ ਉਸ ਪਰਮਿੰਦਰ ਬਾਲ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਸਟੂਡੀਓ ਵਿੱਚ ਆਏ ਪਰਮਿੰਦਰ ਜੀ, ਬਹੁਤ ਬਹੁਤ ਧੰਨਵਾਦ। ਕੀ ਕਹਿਣਾ ਚਾਹੋਗੇ ਕੀ ਥੈਂਕ ਯੂ ਸੋ ਮਚ ਜੀ ਫॉर ਗਿਵਿੰਗ ਮੀ ਟਾਈਮ ਤੇ ਸਾਨੂੰ ਤੇ ਵਿਊਅਰਸ ਨੂੰ ਜੋੜਨ ਨਾਲ, ਔਰ ਇਹ ਜਿਹੜਾ ਸਮਾਂ ਹੈਗਾ ਇੱਕ ਅੰਡਰਸਟੈਂਡਿੰਗ ਡਿਵੈਲਪ ਕਰਦਾ ਹੈਗਾ ਸਾਡੇ ਤੇ ਵਿਊਅਰਸ ਦੇ ਜਿਹੜੇ ਅਸੀਂ ਕਹਿ ਸਕਦੇ ਮਨਾਂ ਦੇ ਅੰਦਰ ਵਹਿਮ ਨੇ ਜਾਂ ਫਿਰ ਉਹਨਾਂ ਦੇ ਅੰਦਰ ਦੇ ਕੁਐਸਚਨ ਨੇ ਉਹਨਾਂ ਨੂੰ ਆਨਸਰ ਕਰਦਾ। ਬਟ ਫਿਰ ਵੀ ਇਫ ਯੂ ਸਟਿਲ ਹੈਵ ਐਨੀ ਕੰਸਰਨ ਫੀਲ ਫ੍ਰੀ ਟੂ ਕੰਟੈਕਟ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਜੀ ਬਿਲਕੁਲ, ਮੈਨੂੰ ਪ੍ਰਿੰਸ ਸੰਧੂ ਨੇ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਪ੍ਰਮਾਤਮਾ ਨੇ ਚਾਹਿਆ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਮੇਰੇ ਨਾਲ ਪਿਆਰ ਤੇ ਅਦਬ ਸਹਿਤ। ਸਤਿ ਸ਼੍ਰੀ ਅਕਾਲ ਜੀ।